श्री अर्जन बिघ्नन के नाशक, बिघ्नन के नाशक। श्री हर गोबिंद शुभ सुमत प्रकाशक। श्री हर राय नमो कर नमो कर जोरी। गुरु हर कृष्ण मनाए बहोरी। गुरु तेग बहादुर परम केर, परम केर पाला। श्री गुरु गोबिंद सिंह विसाला। गुरु तेग बहादुर परम केर पाला, परम केर पाला। श्री गुरु गोबिंद सिंह विसाला। वाहिगुरु धरों तहरा पर पुन पुन सीसा, पुन पुन सीसा। बंद हो बार बार जगदीशा। जिसमें है अमृत ज्ञान है, माणक भगत वैराग। श्री गुरु ग्रंथ साहिब उदद, बंदों कर अनुराग। एक अंकारा सतगुरु, तेह प्रसाद सच होए। वाहिगुरु जी की फतेह। बिघन विनाशन सोए। तन तन सच्चे पातशाह, गरीब नवाज अंतरजामी, दीन दुनिया दे मालक, चबर छतर तखत दे मालक, समरथ गुरु परतख सतगुरु, दीन दयाल कृपाल अंतरजामी, पूरन पार ब्रह्म परमेश्वर। वाहिगुरु अकाल पुरख सबरूप सच्चे पातशाह, सदा ही मेहरां करन वाले, बख्शिशां करन वाले सच्चे पातशाह जी महाराज, दीन दयाल कृपाल अंतरजामी, पूरन पार ब्रह्म परमेश्वर। वाहिगुरु अकाल पुरख सबरूप सच्चे पातशाह, धन धन सतगुरु गरीब नवाज अंतरजामी, राजन के राजा महाराजन के महाराजा, धन धन सतगुरु श्री गुरु ग्रंथ साहिब जी महाराज। बड़े ही प्रेम दे नाल दोवें हाथ जोड़ के उचारण करो जी, धन धन श्री गुरु ग्रंथ साहिब जी महाराज। श्री गुरु ग्रंथ साहिब सच्चे पातशाह जी दी पावन पवित्र हाजूरी दे अंदर सुभाएमान गुरु की साजी नवाजी, गुरु जी का खास रूप गुरु प्यारी संगत जियो, बड़े ही प्रेम दे नाल दोवें हथ जोड़ के प्रेम सहित गज के फतेह बुलाओ जी। वाहिगुरु जी का खालसा, फिर फतेह बुलाओ जी। वाहिगुरु जी का खालसा, वाहिगुरु जी की फतेह। सच्चे पातशाह महाराज धन गुरु हरगोबिंद साहिब महाराज जी का पवित्र इतिहास आप जी सुन रहे हो। सच्चे पातशाह महाराज जी की हजूरी विच माता जी माता नानकी जी ते माता मरवाही जी बाबा बिधि चंद जी दे कोलों उन्हां दे प्रसंग सुन रहे जी। कल आप जी ने सारा ही प्रसंग वो सरवण किया, किवें बाबा जी पहलियां विच परोपकार वास्ते इधरों माया लैके तो इधर दे देंदे सीगे जी। हाँ जी, भाई बालू हसना जी दे बारे भी सरवण किया। भाई बालू हसना जी रब नूं मिलना चाहुंदे सीगे जी। इस संसार विच
ਕਿਸੇ ਵਿਰਲੇ ਬੰਦੇ ਦੇ ਅੰਦਰ ਹੀ ਐਸਾ ਫੁਰਨਾ ਆਉਂਦਾ ਵੀ ਰੱਬ ਨੂੰ ਮਿਲੀਏ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਗੱਲ ਸੱਚੀ ਹੈ। ਕਿਸੇ ਵਿਰਲੇ ਬੰਦੇ ਦੇ ਅੰਦਰ ਇਹ ਫੁਰਨਾ ਪੈਦਾ ਹੁੰਦਾ ਵੀ ਪਰਮੇਸ਼ਰ ਨੂੰ ਮਿਲੀਏ, ਰੱਬ ਨੂੰ ਮਿਲੀਏ। ਕਿਉਂ ਗੁਰਮੁਖੋ, ਬੜੇ ਬੜੇ ਧਾਰਮਿਕ ਪੁਰਸ਼ਾਂ ਦਾ ਮਕਸਦ ਵੀ ਇਹ ਨਹੀਂ ਹੈਗਾ ਜੀ। ਹਾਂਜੀ, ਚਲੋ ਅੰਦਰ ਸ਼ਾਂਤੀ ਆਉਂਦੀ ਹੈ ਬਾਣੀ ਪੜ੍ਹ ਕੇ, ਵਾਹਿਗੁਰੂ ਵਾਹਿਗੁਰੂ ਜਪਿਆ ਮਨ ਠੰਡਾ ਹੁੰਦਾ, ਮਨ ਵਿੱਚ ਸ਼ਾਂਤੀ ਆਉਂਦੀ ਹੈ, ਦੁਨੀਆ ਦੇ ਸੁੱਖ ਸਹੂਲਤਾਂ ਮਿਲਦੀਆਂ ਨੇ ਸਾਨੂੰ। ਬਸ ਬੜੇ ਬੜੇ ਧਾਰਮਿਕ ਪੁਰਸ਼ ਇੱਥੋਂ ਤੱਕ ਹੀ ਅਟਕੇ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਦੁਨੀਆ ਦੀਆਂ ਸੁੱਖ ਸਹੂਲਤਾਂ ਮਿਲੀ ਜਾਣ ਬੜੀਆਂ ਜੀ। ਹਾਂਜੀ, ਪਰ ਗੁਰਮੁਖੋ ਭਾਈ ਬਾਲੂ ਹਸਨਾ ਜੀ ਉਹ ਧਾਰਮਿਕ ਪੁਰਸ਼ ਸਨ ਤੇ ਰੱਬ ਨੂੰ ਮਿਲਣਾ ਚਾਹੁੰਦੇ ਸੀਗੇ ਜੀ। ਕਿਤੇ ਇੱਕ ਅੱਧੇ ਵਿਰਲੇ ਬੰਦੇ ਦੇ ਅੰਦਰ ਇਹੋ ਜਿਹੀ ਭਾਵਨਾ ਪੈਦਾ ਹੁੰਦੀ ਹੈ ਵੀ ਜਿੰਦਿਆਂ ਜੀ ਰੱਬ ਨੂੰ ਮਿਲਿਆ ਜਾਵੇ ਜੀ। ਹਾਂਜੀ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਏ। ਗੱਜ ਕੇ ਆਖੋ ਵਾਹਿਗੁਰੂ। ਉਹ ਤਾਂ ਬੜੇ ਸਿੱਖ ਮਿਲਦੇ ਵੀ ਨੇ ਜੀ ਜਿਹੜੇ ਇਹ ਚਾਹੁੰਦੇ ਨੇ ਵੀ ਨਾਮ ਜਪਦਿਆਂ ਸਾਨੂੰ ਕੋਈ ਅਵਸਥਾ ਪ੍ਰਾਪਤ ਹੋਵੇ ਜੀ, ਔਰ ਉਹ ਯਤਨ ਵੀ ਕਰਦੇ ਜੀ ਅਵਸਥਾ ਪ੍ਰਾਪਤ ਕਰਨ ਦਾ ਜੀ। ਹਾਂਜੀ, ਉਹ ਪੁੱਛਦੇ ਵੀ ਨੇ ਕੀ ਕੀਤਾ ਜਾਵੇ, ਕੀ ਕਰੀਏ, ਕਿਸ ਤਰੀਕੇ ਦੇ ਨਾਲ ਸਾਰੇ ਕਾਰਜ ਕਰੀਏ ਜਿਹਦੇ ਨਾਲ ਜ਼ਿੰਦਗੀ ਵਿੱਚ ਸਾਡੀ ਵੀ ਕੋਈ ਨਾ ਕੋਈ ਅਵਸਥਾ ਬਣ ਜੇ, ਕੋਈ ਉੱਚੀ ਅਵਸਥਾ ਬਣ ਜੇ। ਗੱਜ ਕੇ ਆਖੋ ਵਾਹਿਗੁਰੂ। ਪਰ ਗੁਰਮੁਖੋ ਇਹ ਜਿਹੜੀ ਅਵਸਥਾ ਬਣਨੀ ਹੈ ਨਾ ਜੀ, ਇਹ ਬੰਦੇ ਦੇ ਹੱਥ ਦੀ, ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਹਾਂਜੀ, ਵਾਹਿਗੁਰੂ ਦਾ ਨਾਮ ਮਨੁੱਖ ਜਪੀ ਚੱਲੇ ਜੀ। ਜਿੰਨਾ ਕੁ ਰੱਬ ਨੇ ਚਾਨਣ ਦਿੱਤਾ ਉਸ ਹਿਸਾਬ ਦੇ ਨਾਲ ਆਪਣੇ ਤਰੀਕੇ ਅਨੁਸਾਰ ਜਿਵੇਂ ਗੁਰਬਾਣੀ ਕਿਰਪਾ ਕਰਦੀ ਹੈ। ਹਾਂਜੀ, ਗਾ ਵੀ ਹੈ, ਸੁਣੀਏ, ਮਨ ਰੱਖੀਏ ਭਾਉ। ਗਾਈਏ, ਸੁਣੀਏ ਤੇ ਮਨ ਵਿੱਚ ਰੱਬ ਦਾ ਭੈ ਰੱਖੀਏ ਜੀ। ਹਾਂਜੀ, ਗੁਰਬਾਣੀ ਨੂੰ ਗਾ ਕੇ ਭਾਵ ਵਾਹਿਗੁਰੂ ਜੀ ਨੂੰ ਜਪ ਕੇ ਉਹਨੂੰ ਕੰਨਾਂ ਤੋਂ ਸੁਣੀਏ ਜੀ ਤੇ ਫਿਰ ਮਨ ਵਿੱਚ ਭੈ ਰੱਖੀਏ, ਡਰ ਰੱਖੀਏ ਜੀ। ਇੰਨਾ ਕੰਮ ਆਪਾਂ ਕਰਨਾ ਜੀ। ਅਵਸਥਾ ਦੇਣੀ ਰੱਬ ਦੇ ਹਿੱਸੇ ਹੈ, ਗੁਰੂ ਜੀ ਦੇ ਹਿੱਸੇ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਆਪ ਜੀ ਨੇ ਸੁਣਿਆ ਭਾਈ ਬਾਲੂ ਜੀ ਮਹਾਰਾਜ ਜੀ ਦੇ ਘਰ ਵਿੱਚ ਆਏ ਰੱਬ ਦੀ ਪ੍ਰਾਪਤੀ ਕਰਨ ਵਾਸਤੇ ਜੀ। ਸੇਵਾ ਕਰਨੀ ਚਾਹੁੰਦੇ ਨੇ, ਕੋਈ ਸੇਵਾ ਨਾ ਲੱਭੇ ਜੀ। ਤੇ ਗੁਰਮੁਖੋ ਜਿਨ੍ਹਾਂ ਦੇ ਅੰਦਰ ਚਾਹ ਹੋਵੇ ਨਾ ਜੀ, ਉਹਨਾਂ ਨੂੰ ਆਵਾਜ਼ਾਂ ਨਹੀਂ ਮਾਰਦੀਆਂ ਪੈਂਦੀਆਂ ਵੀ ਫਲਾਣਿਆ ਆ ਸੇਵਾ ਕਰ। ਜਿਨ੍ਹਾਂ ਦੇ ਅੰਦਰ ਚਾਹ ਹੋਵੇ ਉਹ ਆਪੇ ਹੀ ਸੇਵਾ ਲੱਭ ਲੈਂਦੇ ਵੀ ਮੈਂ ਕਿਹੜੀ ਸੇਵਾ ਕਰਨੀ ਹੈ ਜੀ। ਭਾਈ ਬਾਲੂ ਜੀ ਨੂੰ ਹੋਰ ਕੰਮ ਨਹੀਂ ਤੇ ਭਾਈ ਬਾਲੂ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜੇ ਤੇ ਚੜ੍ਹਨਾ ਨਾ ਜੀ, ਉਰੋਂ ਨਾਲ ਹੀ ਭੱਜਣ ਲੱਗ ਪਏ ਜੀ। ਘੋੜੇ ਦੇ ਨਾਲ ਹੀ ਮਹਾਰਾਜ ਦੇ ਦਰਸ਼ਨ ਕਰਨੇ। ਮਸਾਂ ਹਫ਼ਤੇ ਵਿੱਚ ਇੱਕ ਅੱਧੀ ਵਾਰੀ ਜਦੋਂ ਗੁਰੂ ਜੀ ਦੇ ਨਾਲ ਬਚਨ ਹੋਣਾ ਤੇ ਬੜੇ ਖੁਸ਼ ਹੋਣਾ ਜੀ। ਅੱਗੋਂ ਬੜਿਆ ਖੁਸ਼ੀ ਵਾਲੀ ਬਚਨ ਕਰਨੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰਮੁਖੋ ਵਾਹਿਗੁਰੂ ਜੀ ਕਿਰਪਾ ਕਰੇ। ਕਸਵੱਟੀ ਸਹਿਣਾ ਸਾਡੇ ਵੱਸ ਦੀ ਗੱਲ ਨਹੀਂ ਹੈਗੀ ਜੀ। ਹਾਂਜੀ, ਆਪਾਂ ਤੇ ਬਹੁਤ ਸਾਰੇ ਬੰਦੇ, ਮੈਂ ਆਪਣੀ ਗੱਲ ਕਰਨਿਆ ਜੀ, ਖਿੰਨ ਖਿੰਨ ਵਿੱਚ ਡੋਲਣ ਵਾਲਾ ਮਨ ਹੈ ਜੀ। ਥੋੜ੍ਹੇ ਸਮੇਂ ਵਿੱਚ ਹੀ ਡੋਲ ਜਾਂਦਾ ਜੀ, ਛੇਤੀ ਡੋਲ ਜਾਂਦਾ ਜੀ। ਕਸਵੱਟੀ ਸਹਿਣਾ ਬੜਾ ਔਖਾ ਜੀ। ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਸਾਨੂੰ ਵੈਸੇ ਖੁਸ਼ੀਆਂ ਦੇ ਦੇਣ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਵੈਸੇ ਹੀ ਕਿਰਪਾ ਕਰ ਦੇਣ। ਕਿਉਂ ਆਪਾਂ ਇਮਤਿਹਾਨ ਦੇ ਕੇ ਜੇ ਸਿੱਖ ਬਣਨਾ ਚਾਹੀਏ ਤੇ ਬੜੀ ਔਖੀ ਗੱਲ ਹੈ ਜੀ। ਹਾਂਜੀ, ਵੈਸੇ ਮਹਾਰਾਜ ਕਿਰਪਾ ਕਰਕੇ ਆਪਣਾ ਸਿੱਖ ਬਣਾ ਲੈਣ, ਇਹਦੇ ਤੋਂ ਵਧੀਆ ਤੇ ਗੱਲ ਹੀ ਕੋਈ ਨਹੀਂ ਹੈਗੀ ਜੀ। ਭਾਈ ਬਾਲੂ ਜੀ ਉਹਨਾਂ ਦੇ ਇਮਤਿਹਾਨ ਵੀ ਹੋਏ। ਕਈ ਸਮੇਂ ਮਹਾਰਾਜ ਨੇ ਉਹਨਾਂ ਨਾਲ ਗੱਲ ਹੀ ਨਹੀਂ ਜੀ ਕਰਨੀ ਜੀ, ਬਚਨ ਹੀ ਨਹੀਂ ਕਰਨਾ। ਤੇ ਜਦੋਂ ਹਫ਼ਤੇ 2 ਹਫ਼ਤੇ ਬਾਅਦ ਬਚਨ ਕਰਨਾ ਤੇ ਭਾਈ ਬਾਲੂ ਜੀ ਨੇ ਅੱਗੋਂ ਖੁਸ਼ ਹੋ ਕੇ ਮਿਲਣਾ ਜੀ ਗੁਰੂ ਜੀ ਨੂੰ। ਗੱਜ ਕੇ ਆਖੋ ਵਾਹਿਗੁਰੂ। ਨਹੀਂ ਤੇ ਲਾਮਾ ਹੀ ਨਹੀਂ ਮਾਣ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲਾਮਾ ਹੀ ਨਹੀਂ ਮਾਣ। ਪਰ ਭਾਈ ਬਾਲੂ ਜੀ ਵੇਖੋ ਹਫ਼ਤੇ ਬਾਅਦ ਗੁਰੂ ਜੀ ਨੇ ਬਚਨ ਕਰਨਾ ਤੇ ਭਾਈ ਬਾਲੂ ਜੀ ਨੇ ਅੱਗੋਂ ਖੁਸ਼ ਹੋ ਕੇ ਮਿਲਣਾ, ਹੱਸਦੇ ਰਹਿਣਾ। ਗੁਰੂ ਸਾਹਿਬ ਨੇ ਹੱਸਣ ਵਾਲਾ ਸੁਭਾਅ ਵੇਖ ਕੇ ਮਹਾਰਾਜ ਕਹਿੰਦੇ ਭਾਈ ਤੂੰ ਤੇ ਸਾਡਾ ਹੱਸਣਾ ਸਿੱਖ ਹੈ, ਹੱਸਣਾ ਸਿੱਖ ਕਹਿਣ ਲੱਗੇ।
ਤੇ ਤੇਰਾ ਨਾਮ ਅੱਜ ਤੋਂ ਬਾਅਦ ਭਾਈ ਬਾਲੂ ਹਸਨਾ ਹੋਇਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਾਬਾ ਗੁਰਦਿੱਤਾ ਜੀ ਦੀ ਸੇਵਾ ਵਿੱਚ ਉਹਨਾਂ ਨੂੰ ਆਖਿਆ ਵੀ ਤੁਸੀਂ ਬਾਬਾ ਗੁਰਦਿੱਤਾ ਜੀ ਦੇ ਕੋਲ ਜਾਓ, ਉਹਨਾਂ ਦੀ ਸੇਵਾ ਕਰੋ। ਸਾਧ ਸੰਗਤ ਜੀ, ਇਹ ਵੀ ਬੰਦਾ ਇੱਥੇ ਵੀ ਥੋੜਾ ਜਿਹਾ ਡੋਲ ਜਾਂਦਾ ਜੀ, ਹੈ ਮਹਾਰਾਜ ਨੂੰ ਛੱਡ ਕੇ ਮੈਂ ਬਾਬਾ ਗੁਰਦਿੱਤਾ ਜੀ ਦੀ ਸੇਵਾ ਕਿਉਂ ਕਰਾਂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪਰ ਇਹ ਵੀ ਹੁਕਮ ਮੰਨਣ ਦੀ ਖੇਡ ਹੈ ਜੀ। ਜਿੱਥੇ ਸੱਚੇ ਪਾਤਸ਼ਾਹ ਨੇ ਲਾਤਾ ਜੀ, ਉਹ ਕੰਮ ਕਰਨਾ ਪੈਣਾ ਜੀ। ਭਾਈ ਬਾਲੂ ਹਸਨਾ ਜੀ ਬੜੀ ਨਿਮਰਤਾ ਦੇ ਨਾਲ ਬਾਬਾ ਗੁਰਦਿੱਤਾ ਜੀ ਦੀ ਸੇਵਾ ਵਿੱਚ ਲੱਗ ਗਏ ਜੀ। ਇੱਕ ਦਿਨ ਫਿਰ ਮਹਾਰਾਜ ਬਹੁਤ ਖੁਸ਼ ਹੋਏ ਤੇ ਭਾਈ ਬਾਲੂ ਹਸਨਾ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਜੀ। ਇਹ ਕਰੀ ਨਾ ਜੀ ਬੜੇ ਪ੍ਰੇਮ ਨਾਲ ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਇਹ ਜਿਹੜੇ ਬ੍ਰਹਮ ਗਿਆਨ ਦੀ ਦਾਤ ਹੈ ਨਾ ਜੀ, ਦੁਨੀਆ ਵਿੱਚ ਕਿਸੇ ਵੀ ਬੰਦੇ ਕੋਲ ਇਹ ਦਾਤ ਨਹੀਂ ਦੀ ਹੈਗੀ ਜੀ। ਭਾਵ ਸਮਝਿਓ ਗੱਲ ਮੈਨੂੰ, ਗੁਰੂ ਸਾਹਿਬ ਦੇ ਬਣਾਏ ਬ੍ਰਹਮ ਗਿਆਨੀ ਤੇ ਬਹੁਤ ਨੇ ਜੀ, ਐਸੀ ਗੱਲ ਨਹੀਂ। ਪਰ ਕੋਈ ਬੰਦਾ ਚਾਹੇ ਵੀ ਮੈਂ ਫਲਾਣੇ ਨੂੰ ਬ੍ਰਹਮ ਗਿਆਨੀ ਬਣਾ ਦਿਆਂ, ਇਹ ਕੰਮ ਮੁਸ਼ਕਲ ਹੈ ਜੀ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਕੋ ਆਪ ਕਰੇ। ਗੱਜ ਕੇ ਆਖੋ ਵਾਹਿਗੁਰੂ। ਬ੍ਰਹਮ ਗਿਆਨੀ ਤੇ ਉਹ ਬਣਦਾ ਜਿਹਨੂੰ ਗੁਰੂ ਸਾਹਿਬ ਆਪ ਬਣਾ ਲੈਣ ਜੀ, ਜਿਹਨੂੰ ਰੱਬ ਆਪ ਬਣਾ ਦੇ ਜੀ। ਬ੍ਰਹਮ ਗਿਆਨੀ ਬਣਨ ਵਾਸਤੇ ਬੜੇ ਬੜੇ ਸਿੱਧ, ਬੜੇ ਬੜੇ ਜਪੀ, ਬੜੇ ਬੜੇ ਤਪੇ, ਦਿਨ ਰਾਤ ਦੇ ਉਹਨਾਂ ਤਪ ਕੀਤੇ ਤੇ ਬੜੇ ਬੜੇ ਕਠਨ ਤਪ ਕੀਤੇ ਜੀ ਉਹਨਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੜੀਆਂ ਬੜੀਆਂ ਧੂਣੀਆਂ ਵੀ ਉਹਨਾਂ ਨੇ ਤਾਈਆਂ, ਧੂਣੀਆਂ ਜਗਾ ਜਗਾ ਅੱਗੇ ਬੈਠੇ ਰਹੇ। ਗਰਮੀ ਵਿੱਚ ਅੱਗ ਅੱਗੇ ਬੈਠੇ ਰਹਿਣਾ ਤੇ ਸਰਦੀ 'ਚ ਪਾਣੀ 'ਚ ਬੈਠੇ ਰਹਿਣਾ ਜੀ, ਵੀ ਬ੍ਰਹਮ ਗਿਆਨ ਦੀ ਦਾਤ ਮਿਲ ਜੇ। ਪਰ ਦਾਤੇ ਦਾਤ ਰੱਖੀ ਹੱਥ ਆਪਣੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬ੍ਰਹਮ ਗਿਆਨ ਵੀ ਵਾਹਿਗੁਰੂ ਜੀ ਦੀ ਇੱਕ ਦਾਤ ਹੈ ਜੀ। ਹਾਂਜੀ, ਜਿਹੜੀ ਦਾਤ ਵਾਹਿਗੁਰੂ ਜੀ ਨੇ ਤੇ ਗੁਰੂ ਸਾਹਿਬ ਨੇ ਆਪਣੇ ਹੱਥ ਵਿੱਚ ਰੱਖੀ ਜੀ। ਹਾਂਜੀ, ਉਹ ਦਾਤ ਸੱਚੇ ਪਾਤਸ਼ਾਹ ਕਿਸੇ ਵੀ ਸਿੱਖ ਤੇ ਖੁਸ਼ ਹੋ ਕੇ ਉਹਨੂੰ ਦੇ ਸਕਦੇ ਜੀ। ਜਿਹੜਾ ਸਿੱਖ ਸ਼ਬਦ ਦੀ ਕਮਾਈ ਕਰੇ, ਬਾਣੀ ਪੜ੍ਹੇ, ਦਿਨ ਰਾਤ ਅੱਠੇ ਪਹਿਰ ਇੱਕ ਕਰਦੇ, ਚੰਗੀ ਮਿਹਨਤ ਕਰੇ, ਜਪ ਕਰੇ, ਗੁਰੂ ਸਾਹਿਬ ਫਿਰ ਉਹਦੇ ਤੇ ਇਹੋ ਜਿਹੀ ਕਿਰਪਾ ਕਰਦੇ ਜੀ। ਭਾਈ ਬਾਲੂ ਜੀ ਨੂੰ ਗੁਰੂ ਜੀ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਜੀ। ਮਹਾਰਾਜ ਕਹਿਣ ਲੱਗੇ, ਭਾਈ ਬਾਲੂ ਜੀ ਤੁਹਾਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ, ਤੁਹਾਡਾ ਜਨਮ ਵੀ ਕੱਟਿਆ ਗਿਆ ਤੇ ਤੁਹਾਡਾ ਮਰਨ ਵੀ ਕੱਟਿਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜੰਮਣ ਮਰਨਾ ਤੁਹਾਡਾ ਮਿਟ ਗਿਆ ਗੁਰਮੁਖੋ। ਇਸ ਸੰਸਾਰ ਵਿੱਚ ਇਹ ਵੀ ਬੜੀ ਵੱਡੀ ਦਾਤ ਹੈ। ਗੱਜ ਕੇ ਆਖੋ ਵਾਹਿਗੁਰੂ। ਦਾਤਾਂ ਤੇ ਵਾਹਿਗੁਰੂ ਜੀ ਦੀਆਂ ਬਹੁਤ ਨੇ ਜੀ। ਕਿਹੜੀ ਕਿਹੜੀ ਦਾਤ ਦੀ ਗੱਲ ਕਰੀਏ। ਸਰੀਰ ਵੀ ਦਾਤ ਹੈ, ਘਰ ਵੀ ਦਾਤ ਹੈ, ਪਰਿਵਾਰ, ਰਿਸ਼ਤੇਦਾਰ ਸਭ ਦਾਤ ਹੀ ਹੈ। ਪਰ ਇਹ ਦਾਤਾਂ ਹਰ ਇੱਕ ਕੋ ਨੇ। ਹਾਂਜੀ, ਆ ਬ੍ਰਹਮ ਗਿਆਨ ਦੀ ਦਾਤ, ਜੰਮਣ ਮਰਨ ਕੱਟਣ ਦੀ ਦਾਤ ਇਹ ਵਿਰਲਿਆਂ ਕੋਲ ਨੇ ਜੀ। ਹਾਂਜੀ, ਜੰਮਣ ਮਰਨ ਕੱਟਿਆ ਜਾਣਾ ਇਸ ਸੰਸਾਰ ਵਿੱਚ ਬੜੇ ਥੋੜੇ ਪੁਰਸ਼ਾਂ ਦੇ ਹੱਥ ਵਿੱਚ ਆਇਆ। ਗੱਜ ਕੇ ਆਖੋ ਵਾਹਿਗੁਰੂ। ਉਹ ਕਿਹੜੇ ਪੁਰਸ਼ ਸਨ ਜਿਨ੍ਹਾਂ ਨੇ ਗੁਰੂ ਜੀ ਨੂੰ ਸੇਵਿਆ, ਜਿਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਭਾਵਨਾ ਦੇ ਨਾਲ ਗੁਰੂ ਘਰ ਦੀ ਸੇਵਾ ਕੀਤੀ। ਮੇਰੇ ਸੱਚੇ ਪਾਤਸ਼ਾਹ ਇੰਨੇ ਖੁਸ਼ ਹੋ ਗਏ, ਇੰਨੇ ਖੁਸ਼ ਹੋ ਗਏ। ਮਹਾਰਾਜ ਕਹਿੰਦੇ ਨਾ ਤੁਹਾਨੂੰ ਜੰਮਣਾ ਪਏਗਾ, ਨਾ ਤੁਹਾਨੂੰ ਮਰਨਾ ਪਏਗਾ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਨਿੱਕੀ ਜੀ ਗੱਲ ਕਰਕੇ ਅੱਗੇ ਚੱਲੀਏ। ਸੰਗਤ ਜੀ, ਕਿਸੇ ਬੰਦੇ ਨੇ ਘਰ ਲਿਆ ਹੋਵੇ ਜੀ ਕਿਰਾਏ ਤੇ, ਹਾਂਜੀ, ਤੇ ਦੂਜਾ ਫਿਰ ਉਹਨੂੰ ਮਹੀਨੇ ਕੁ ਬਾਅਦ ਫਿਰ ਘਰ ਬਦਲਣਾ ਪਵੇ ਜੀ। ਹਾਂਜੀ, ਉਹ ਸਾਰਾ ਸਮਾਨ ਚੁੱਕੇਗਾ, ਫਿਰ ਦੂਜੇ ਘਰ ਵਿੱਚ ਰਹੇਗਾ। 15 ਕੁ ਦਿਨਾਂ ਬਾਅਦ ਉਹਨੂੰ ਫਿਰ ਆਖਿਆ ਜਾਵੇ ਵੀ ਹੁਣ ਤੂੰ ਘਰ ਬਦਲਣਾ ਜੀ। ਹਾਂਜੀ, ਉਹ ਫਿਰ ਵਿਚਾਰਾ ਬਦਲੇਗਾ। 15 ਦਿਨੀ ਉਹਨੂੰ ਫਿਰ ਆਖਿਆ ਜਾਵੇ ਵੀ ਤੂੰ ਘਰ ਬਦਲਣਾ। ਬਾਰ-ਬਾਰ ਬੰਦਾ ਘਰ ਬਦਲਣ ਤੋਂ ਦੁਖੀ ਹੋ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਵੀ ਹੱਦ ਹੋ ਗਈ, ਬਾਰ-ਬਾਰ ਹੋਰ ਕੋਈ ਕੰਮ ਹੀ ਨਹੀਂ ਮੈਨੂੰ ਕੋਈ ਹੈਗਾ, ਬਾਰ-ਬਾਰ ਘਰ ਬਦਲਣਾ ਪੈਂਦਾ ਜੀ। ਤੇ ਗੁਰਮੁਖੋ, ਰੂਹ ਦਾ ਘਰ ਸਰੀਰ ਹੈਗਾ ਜੀ। ਹਾਂਜੀ, ਤੇ ਰੂਹ ਬੜੇ ਘਰ ਬਦਲਦੀ ਜੀ, ਬੜੇ ਘਰ ਬਦਲਦੀ ਜੀ। ਤੇ ਰੂਹ ਵੀ ਅੱਕ ਜਾਂਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਅੱਕ ਜਾਂਦੀ ਜੀ, ਅੱਕ। ਹਾਂਜੀ, 84 ਲੱਖ ਵਾਰ ਇਹਨੂੰ ਘਰ ਬਦਲਣਾ ਪੈਂਦਾ ਜੀ। 84 ਲੱਖ ਵਾਰ।
4-5 ਵਾਰ ਜਿਨੇ ਆਪਣਾ ਘਰ ਬਦਲਿਆ ਹੋਵੇ ਵਿਚਾਰਾ ਦੁਖੀ ਹੋ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਤੇ ਰੂਹ ਨੂੰ ਤੇ 84 ਲੱਖ ਵਾਰ ਆਪਣਾ ਘਰ ਬਦਲਣਾ ਪੈਂਦਾ ਜੀ। 84 ਲੱਖ ਵਾਰ ਜੀ। ਹਾਂਜੀ, ਇੱਕ ਆਹ ਘਰ ਆ ਜਿਹਦੇ ਵਿੱਚ ਬੰਦਾ ਰੂਹ ਬੋਲ ਵੀ ਸਕਦੀ, ਸੁਣ ਵੀ ਸਕਦੀ, ਸਮਝ ਵੀ ਸਕਦੀ, ਸਭ ਕੁਝ ਕਰ ਸਕਦੀ ਜੀ। ਤੇ ਗੁਰੂ ਕਿਰਪਾ ਕਰੇ ਇਸ ਮਨੁੱਖਾ ਸਰੀਰ ਵਿੱਚ ਆ ਕੇ ਬੰਦਾ ਗੁਰੂ ਜੀ ਦੇ ਚਰਨਾਂ ਨਾਲ ਜੁੜ ਜੇ ਜੀ। ਜੇ ਗੁਰੂ ਜੀ ਦੇ ਚਰਨਾਂ ਵਿੱਚ ਜੁੜ ਜਾਏ ਫਿਰ ਨਿਜ ਘਰ ਦੀ ਪ੍ਰਾਪਤੀ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਨਿਜ ਘਰ ਕੀ ਹੈ? ਜਿੱਥੇ ਜਾ ਕੇ ਜੰਮਣ ਮਰਨ ਨਹੀਂ ਹੈਗਾ ਜੀ। ਜਿੱਥੇ ਜਾ ਕੇ ਵਾਹਿਗੁਰੂ ਜੀ ਦੀ ਅੰਸ਼ ਵਿੱਚ ਬੰਦਾ ਸਮਾ ਜਾਂਦਾ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਭਾਈ ਬਾਲੂ ਜੀ ਸੇਵਾ ਕਰ ਕਰਕੇ ਬ੍ਰਹਮ ਗਿਆਨ ਦੀ ਦਾਤ ਉਹਨਾਂ ਨੂੰ ਗੁਰੂ ਜੀ ਨੇ ਬਖਸ਼ਿਸ਼ ਕੀਤੀ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਜੀ, ਬੰਦਾ ਇੱਧਰ ਉੱਧਰ ਭੜਕਲੇ, ਬ੍ਰਹਮ ਗਿਆਨ ਦੀ ਦਾਤ ਦੇਣ ਵਾਸਤੇ ਹਰ ਕੋਈ ਯੋਗ ਨਹੀਂ ਹੈਗਾ। ਇਹ ਤੇ ਜਿਹਨੂੰ ਪਰਮੇਸ਼ਰ ਵੱਲੋਂ ਡਿਊਟੀ ਲੱਗੀ ਹੋਵੇ ਨਾ ਜੀ, ਉਹ ਬ੍ਰਹਮ ਗਿਆਨੀ ਦੀ ਦਾਤ ਦੇ ਸਕਦਾ ਜੀ। ਤੇ ਪਰਮੇਸ਼ਰ ਵੱਲੋਂ ਡਿਊਟੀ ਹੈ ਸਤਿਗੁਰੂ ਜੀ ਦੀ, ਉਹ ਬ੍ਰਹਮ ਗਿਆਨ ਦੀ ਦਾਤ ਗਾਂ ਬਖਸ਼ਦੇ ਨੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ। ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰੋ। ਸਾਰੀ ਸੰਗਤ ਦੋਵੇਂ ਹੱਥ ਜੋੜੋ ਤੇ ਪ੍ਰੇਮ ਦੇ ਨਾਲ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਤੁਸੀਂ ਬੜੇ ਪ੍ਰੇਮ ਦੇ ਨਾਲ ਗੱਜ ਕੇ ਆਖੋ ਸਾਰੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਏਮ ਕੇਤਕ ਸਮਾਂ ਬਿਤਾਇਓ। ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਨੇ। ਬੜੀਆਂ ਸਿੱਖ ਸੰਗਤਾਂ ਦਾ ਭਲਾ ਕਰਨ ਦੇ ਜੀ। ਉਹਨਾਂ ਦਿਨਾਂ ਵਿੱਚ ਪੈਂਦੇ ਖਾਂ ਦੇ ਘਰ ਪੁੱਤਰ ਪੈਦਾ ਹੋਇਆ ਜੀ, ਜਿਹਦਾ ਨਾਮ ਗੁਰੂ ਜੀ ਨੇ ਸਹਿੰਦੇ ਖਾਂ ਰੱਖਿਆ ਜੀ। ਪੈਂਦੇ ਖਾਂ ਦੀ ਪੁੱਤਰੀ ਦਾ ਵੀ ਵਿਆਹ ਹੋਇਆ ਜੀ ਅਨਵਰ ਖਾਂ ਦੇ ਨਾਲ ਜੀ। ਅਨਵਰ ਖਾਂ ਬਾਦਸ਼ਾਹ ਸ਼ਾਹਜਹਾਂ ਦਾ ਖਾਸ ਬੰਦਾ ਸੀਗਾ ਜੀ। ਉਹਦੇ ਕੋਲ ਹਿਸਾਬ ਕਿਤਾਬ ਦਾ ਕੰਮ ਕਰਦਾ ਹੁੰਦਾ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਦੱਸ ਕੇ ਇਹ ਕਾਰਜ ਹੋਇਆ ਜੀ। ਮਹਾਰਾਜ ਨੇ ਕੁਝ ਨਹੀਂ ਆਖਿਆ, ਕਿਉਂ ਗੁਰੂ ਜੀ ਨੂੰ ਆਉਣ ਵਾਲੇ ਸਮੇਂ ਦਾ ਪਤਾ ਜੀ। ਆਉਣ ਵਾਲਾ ਸਮਾਂ ਕੈਸਾ। ਅਨਵਰ ਖਾਨ ਨੇ ਬੜੀ ਵੱਡੀ ਖਰਾਬੀ ਕਰਨੀ ਗੁਰੂ ਘਰ ਵਿੱਚ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਅਨਵਰ ਖਾਨ ਨੇ ਪੈਂਦੇ ਖਾਂ ਦੇ ਕਰਮਾਂ ਉੱਤੇ ਬੜਾ ਅਸਰ ਪਾ ਦੇਣਾ ਜੀ। ਅਨਵਰ ਖਾਨ ਦੇ ਨਾਲ ਸ਼ਾਦੀ ਹੋਈ ਜੀ ਪੈਂਦੇ ਖਾਂ ਦੀ ਧੀ ਦੀ। ਅਨਵਰ ਖਾਂ ਪੈਂਦੇ ਖਾਂ ਦਾ ਜਵਾਈ ਬਣ ਗਿਆ ਜੀ। ਪੈਂਦੇ ਖਾਂ ਨੇ ਇਹਨੂੰ ਘਰ ਜਵਾਈ ਬਣਾ ਕੇ ਰੱਖ ਲਿਆ ਜੀ ਅਨਵਰ ਖਾਨ ਨੂੰ। ਹਾਂਜੀ, ਇਹ ਆਪਣੇ ਸਹੁਰੇ ਘਰ ਵਿੱਚ ਹੀ ਰਹਿਣ ਲੱਗ ਪਿਆ ਤੇ ਕਦੀ ਕਦੀ ਗੁਰੂ ਜੀ ਦੇ ਕੋਲ ਵੀ ਆਉਣ ਲੱਗਾ ਜੀ। ਪੈਂਦੇ ਖਾਂ ਹਰ ਰੋਜ਼ ਹੀ ਗੁਰੂ ਸਾਹਿਬ ਦੇ ਕੋਲ ਆਉਂਦਾ ਹੁੰਦਾ ਸੀ, ਹਰ ਰੋਜ਼ ਹੀ ਜੀ। ਜਵਾਈ ਉਹਦਾ ਕਦੀ ਕਦੀ ਆਉਂਦਾ ਹੁੰਦਾ ਸੀਗਾ। ਮੁਸਲਮਾਨੀ ਮੱਤ ਸੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਮੈਂ ਇਹ ਸ਼ਬਦ ਵਰਤਦਾ ਨਾਲ ਫਿਰ ਮੈਂ ਬੇਨਤੀ ਕਰ ਦੇਣਾ ਵੀ ਸੰਗਤ ਜੀ, ਗੁਰੂ ਸਾਹਿਬ ਕਿਸੇ ਧਰਮ ਦੇ ਵਿਰੁੱਧ ਨਹੀਂ ਸੀ ਹੈਗੇ ਜੀ। ਉਹ ਤੇ ਗਲਤ ਬੰਦੇ ਦੇ ਵਿਰੁੱਧ ਸੀ, ਪਰ ਚਲੋ ਤੁਰਕ ਜਿਹੜੀ ਮੱਤ ਸੀਗੀ ਜੀ, ਉਹੋ ਜਿਹੀ ਮੱਤ ਸੀਗੀ ਜੀ। ਮੱਤ ਵਿੱਚ ਉਹੋ ਜਿਹਾ ਪ੍ਰਸ਼ਾਦਾ ਪਾਣੀ ਛਕਿਆ ਸੀਗਾ ਤੇ ਉਹੋ ਜਿਹੀ ਬੁੱਧੀ ਉੱਤੇ ਅਸਰ ਪਿਆ ਹੋਇਆ ਸੀਗਾ ਜੀ। ਅਨਵਰ ਖਾਂ ਗੁਰੂ ਘਰ ਵਿੱਚ ਆਉਂਦਾ ਜਾਂਦਾ ਤੇ ਸੀ, ਪਰ ਇਹਦੇ ਭਾਗ ਬਹੁਤੇ ਨਹੀਂ ਸੀ ਜਾਗਦੇ ਹੁੰਦੇ ਜੀ। ਅਨਵਰ ਖਾਂ ਨੇ ਲੜਦੇ ਝਗੜਦੇ ਹੀ ਰਹਿਣਾ ਜੀ ਆਪਣੇ ਘਰ ਵਿੱਚ। ਹੁਣ ਸੁਣੋ, ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਵਿੱਚ ਸੰਗਤਾਂ ਨੂੰ ਤਾਰਨ ਦਏ ਨੇ ਜੀ। ਹਾਂਜੀ, ਸ਼ੁਭ ਮਾਘ ਮਾਸ ਤਬ ਆਇਓ। ਤੇ ਗੁਰਮੁਖੋ ਬੜਾ ਸ਼ੁਭ ਮਹੀਨਾ ਜਿਹਨੂੰ ਮੰਨਿਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਮਹੀਨੇ ਤੇ ਸਾਰੇ ਹੀ ਚੰਗੇ ਨੇ। ਜਿਸ ਮਹੀਨੇ ਵਿੱਚ ਵਾਹਿਗੁਰੂ ਜੀ ਦਾ ਨਾਮ ਲਿਆ ਜਾਵੇ ਉਹ ਚੰਗਾ ਹੀ ਹੈ ਜੀ। ਹਾਂਜੀ, ਪਰ ਬਹੁਤ ਸਾਰੇ ਧਰਮਾਂ ਵਿੱਚ ਮਾਘ ਦੇ ਮਹੀਨੇ ਨੂੰ ਬੜਾ ਪਵਿੱਤਰ ਮੰਨਦੇ ਜੀ। ਮਾਘ ਦਾ ਮਹੀਨਾ ਆਇਆ। ਹਾਂਜੀ, ਭਿਖ ਲਾਲ ਚੰਦ ਮਨ ਆਣੀ। ਕਰਤਾਰਪੁਰ ਸਾਹਿਬ ਦੇ ਵਿੱਚ ਇੱਕ ਗੁਰੂ ਕੇ ਸਿੱਖ ਰਹਿੰਦੇ ਨੇ ਜਿਨ੍ਹਾਂ ਦੀ ਪੂਰਬਲੀ ਕਮਾਈ ਬੜੀ ਸੀਗੀ ਜੀ। ਹਾਂਜੀ,
ਉਸ ਸਿੱਖ ਦਾ ਨਾਮ ਸੀ ਭਾਈ ਲਾਲ ਚੰਦ ਜੀ। ਹਾਂਜੀ, ਨਿਜ ਦਰ ਸੰਗ ਬਖਾਨੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਤਾਂ ਭਾਈ ਲਾਲ ਚੰਦ ਜੀ ਦੇ ਘਰ ਇੱਕ ਧੀ ਸੀ ਜਿਹਦਾ ਨਾਮ ਸੁਣ ਕੇ ਤੁਸੀਂ ਬੜਾ ਖੁਸ਼ ਹੋਣਾ ਜੀ। ਹਾਂਜੀ, ਕਰਤਾਰਪੁਰ ਸਾਹਿਬ ਵਿੱਚ ਭਾਈ ਲਾਲ ਚੰਦ ਜੀ ਰਹਿੰਦੇ ਜੀ। ਭਾਈ ਲਾਲ ਚੰਦ ਜੀ ਦੇ ਘਰ ਇੱਕ ਸ਼ੁਭ ਕੰਨਿਆ ਨੇ ਜਨਮ ਲਿਆ ਸੀਗਾ ਜੀ, ਜਿਹਦੇ ਬੜੇ ਵੱਡੇ ਭਾਗ ਜੀ। ਇੰਨੇ ਵੱਡੇ ਭਾਗ, ਇੰਨੇ ਵੱਡੇ ਭਾਗ, ਕੋਈ ਗਿਣਤੀ ਨਹੀਂ ਵੀ ਉਸ ਧੀ ਦੇ ਕਿੰਨੇ ਵੱਡੇ ਭਾਗ ਸਨ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਤਲਬ ਇੰਨੇ ਵੱਡੇ ਭਾਗ ਸਨ ਵੀ ਅਸੀਂ ਕਥਾ ਨਹੀਂ ਕਰ ਸਕਦੇ ਜੀ ਉਹਦੀ ਜੀ। ਕਈ ਗਿਆਨੀ ਇਕੱਠੇ ਹੋ ਕੇ ਜ਼ੋਰ ਲਾ ਦੇਣ ਉਸ ਧੀ ਦੇ ਭਾਗਾਂ ਬਾਰੇ ਦੱਸਣ ਦਾ ਵੀ ਉਹਦੇ ਕਿੰਨੇ ਕੁ ਚੰਗੇ ਭਾਗ ਸਨ, ਅਸੀਂ ਦੱਸ ਹੀ ਨਹੀਂ ਸਕਦੇ ਜੀ। ਉਸ ਧੀ ਦਾ ਨਾਂ ਪਤਾ ਕੀ ਸੀ? ਉਸ ਧੀ ਦਾ ਨਾਂ ਸੀ ਗੁਜਰੀ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਲਾਲ ਚੰਦ ਜੀ ਦੇ ਘਰ ਵਿੱਚ ਧੀ ਸੀ, ਸਪੁੱਤਰੀ ਸੀ, ਜਿਨ੍ਹਾਂ ਦਾ ਨਾਮ ਗੁਜਰੀ ਜੀ ਰੱਖਿਆ ਗਿਆ ਜੀ। ਹਾਂਜੀ, ਤੁਹਾਨੂੰ ਮਾਤਾ ਜੀ ਦਾ ਨਾਮ ਸੁਣਦਿਆਂ ਹੀ ਬਹੁਤ ਕੁਝ ਚੇਤਾ ਆ ਗਿਆ ਹੋਣਾ ਜੀ। ਹਾਂਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚੇਤਾ ਆਇਆ ਹੋਏਗਾ, ਛੋਟੇ ਸਾਹਿਬਜ਼ਾਦਿਆਂ ਦਾ ਚੇਤਾ ਆਇਆ ਜੀ, ਸਰਹੰਦ ਦਾ ਵੀ ਚੇਤਾ ਆਇਆ ਹੋਏਗਾ ਜੀ। ਮਾਤਾ ਜੀ ਮਾਤਾ ਗੁਜਰੀ ਜੀ ਦੇ ਪਿਤਾ ਜੀ ਦਾ ਨਾਮ ਸੀ ਲਾਲ ਚੰਦ ਜੀ। ਲਾਲ ਚੰਦ ਜੀ ਵੀ ਕਰਤਾਰਪੁਰ ਸਾਹਿਬ ਵਿੱਚ ਰਹਿੰਦੇ ਨੇ। ਹਾਂਜੀ, ਜਦੋਂ ਬਾਬਾ ਸੂਰਜਮਲ ਜੀ ਦੀ ਸ਼ਾਦੀ ਸੀ ਨਾ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਪਰਿਵਾਰ ਸਮੇਤ ਗਏ ਸਨ ਸੱਚੇ ਪਾਤਸ਼ਾਹ। ਬਾਬਾ ਸੂਰਜਮਲ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਭਰਾ ਸਨ ਜੀ। ਬਾਬਾ ਸੂਰਜਮਲ ਜੀ ਦੀ ਸ਼ਾਦੀ ਵਿੱਚ ਉਹਨਾਂ ਦੇ ਵਿਆਹ ਸਮੇਂ ਗੁਰਮੁਖੋ ਲਾਲ ਚੰਦ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਸਨ ਜੀ। ਉਦੋਂ ਫਿਰ ਉਹਨਾਂ ਦਾ ਫੁਰਨਾ ਬਣਿਆ ਸੀ ਵੀ ਮੈਂ ਆਪਣੀ ਧੀ ਗੁਜਰੀ ਜੀ ਦਾ ਜਿਹੜਾ ਆਨੰਦ ਕਾਰਜ ਹੈ, ਸ਼ਾਦੀ ਹੈ, ਉਹ ਇਹਨਾਂ ਨਾਲ ਕਰਨੀ ਹੈ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਅੱਗੇ ਬੇਨਤੀ ਕੀਤੀ ਹੱਥ ਜੋੜ ਕੇ, ਸੱਚੇ ਪਾਤਸ਼ਾਹ ਹੈ ਤੇ ਹਾਂ ਤੁਹਾਡੇ ਸਿੱਖ, ਤੇ ਮਹਾਰਾਜ ਮੈਂ ਹੈ ਵੀ ਬੜਾ ਗਰੀਬ ਸਿੱਖ ਹਾਂ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਭਾਵੇਂ ਕਿੰਨਾ ਵੀ ਕੋਈ ਧਨਾਢ ਹੋਵੇ, ਕਿੰਨਾ ਵੀ ਕੋਈ ਪੈਸੇ ਵਾਲਾ ਹੋਵੇ, ਗੁਰੂ ਅੱਗੇ ਤੇ ਸਭ ਇੱਕੋ ਜਿਹੇ ਹੀ ਨੇ ਜੀ। ਮਹਾਰਾਜ ਹੈ ਵੀ ਮੈਂ ਬੜਾ ਗਰੀਬ ਹਾਂ, ਮੇਰੇ ਘਰ ਵਿੱਚ ਇੱਕ ਧੀ ਹੈ ਜਿਹਦਾ ਨਾਮ ਹੈ ਗੁਜਰੀ ਜੀ। ਗੁਜਰੀ ਨਾਮ ਹੈ, ਤੇ ਮਹਾਰਾਜ ਅੰਦਰ ਦਾ ਫੁਰਨਾ ਜੇ ਤੁਸੀਂ ਪ੍ਰਵਾਨ ਕਰ ਲੋ ਤੇ ਮੈਂ ਆਪਣੀ ਧੀ ਤੁਹਾਡੇ ਘਰ ਦੀ ਨੌਂ ਬਣਾਉਣਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਧੀ ਆਪ ਜੀ ਦੇ ਘਰ ਵਿੱਚ ਰਹਿ ਕੇ ਸੇਵਾ ਕਰੇ, ਸਾਨੂੰ ਹੋਰ ਕੁਝ ਚਾਹੀਦਾ ਹੀ ਨਹੀਂ ਜੀ। ਬਾਬਾ ਸੂਰਜਮਲ ਜੀ ਦੇ ਵਿਆਹ ਵਿੱਚ ਹੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਗਾਈ ਪੱਕੀ ਕਰ ਦਿੱਤੀ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਮਹਾਰਾਜ ਕਰਤਾਰਪੁਰ ਸਾਹਿਬ ਵਿੱਚ ਨੇ, ਤੇ ਕਰਤਾਰਪੁਰ ਸਾਹਿਬ ਵਿੱਚ ਹੀ ਲਾਲ ਚੰਦ ਜੀ ਦਾ ਘਰ ਹੈ। ਸੰਗਤ ਵਿੱਚ ਰੋਜ਼ ਲਾਲ ਚੰਦ ਜੀ ਵੀ ਆਉਂਦੇ ਨੇ, ਕਥਾ ਕੀਰਤਨ ਹੁੰਦਾ। ਮਾਘ ਦਾ ਮਹੀਨਾ ਆਇਆ ਤੇ ਲਾਲ ਚੰਦ ਜੀ ਆਪਣੀ ਪਤਨੀ ਨੂੰ ਇਹ ਬਚਨ ਕਹਿਣ ਲੱਗ ਪਏ। ਹਾਂਜੀ, ਨਿਜ ਤਨੁਜਾ ਗੁਜਰੀ ਕੇਰਾ ਹੈ ਵਿਆਹਣ ਸਮਾਂ ਅਸ਼ੇਰਾ। ਉਹਨਾਂ ਆਪਣੀ ਪਤਨੀ ਨਾਲ ਵਿਚਾਰ ਕੀਤੀ ਵੀ ਜਿਹੜਾ ਸਮਾਂ ਹੈ ਉਹ ਕਾਫੀ ਹੋ ਚੁੱਕਾ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆਏ ਨੇ, ਸਾਡੇ ਨਗਰ ਵਿੱਚ ਹੀ ਆਏ ਨੇ, ਤੇ ਹੁਣ ਤੇਗ ਬਹਾਦਰ ਜੀ ਦੀ ਉਮਰ ਵੀ ਵੱਡੀ ਹੋ ਗਈ, ਇਧਰੋਂ ਸਾਡੀ ਪੁੱਤਰੀ ਦੀ ਵੀ ਵੱਡੀ ਉਮਰ ਹੋ ਚੁੱਕੀ ਹੈ, ਤੇ ਆਪਾਂ ਹੁਣ ਗੁਰੂ ਜੀ ਦੇ ਨਾਲ ਹੁਣ ਸ਼ਾਦੀ ਦੀ ਗੱਲ ਚਲਾਈਏ। ਹਾਂਜੀ, ਕਰ ਦੀਜੈ ਔਰ ਅਬਲਾਖਾ ਸੁਣ ਬਿਸ਼ਨ ਕੋਇਰ ਬਚ ਭਾਖਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਾਤਾ ਗੁਜਰੀ ਜੀ ਦੀ ਮਾਤਾ ਦਾ ਨਾਮ ਭਾਈ ਸੰਤੋਖ ਸਿੰਘ ਜੀ ਨੇ ਬਿਸ਼ਨ ਕੌਰ ਲਿਖਿਆ ਜੀ। ਲਾਲ ਚੰਦ ਜੀ ਦੇ ਪਤਨੀ ਮਾਤਾ ਬਿਸ਼ਨ ਕੌਰ ਜੀ ਆਪਣੇ ਪਤੀ ਜੀ ਨੂੰ ਕਹਿਣ ਲੱਗੇ ਵੀ ਇਹ ਤੇ ਗੱਲ ਹੀ ਬਹੁਤ ਵਧੀਆ, ਨਾਲੇ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਨੇ ਸਾਡੇ ਇਲਾਕੇ ਵਿੱਚ ਹੀ ਨੇ। ਹਾਂਜੀ, ਇਹ ਤੋਹੇ ਮਨੋਰਥ ਆਸ਼ਾ। ਪਤੀ ਜੀ ਇਹ ਤੇ ਬੜੀ ਚੰਗੀ ਗੱਲ ਕੀਤੀ, ਬੜੀ ਸਮੇਂ ਤੇ ਢੁਕਵੀਂ ਗੱਲ ਤੁਸੀਂ ਕੀਤੀ, ਇਹਦੇ ਤੋਂ ਵੱਧ ਸਮਾਂ ਹੀ ਕੋਈ ਵਧੀਆ ਨਹੀਂ ਹੋ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਜੀ ਦਾ ਜਸ ਪ੍ਰਤਾਪ ਬਹੁਤ ਜ਼ਿਆਦਾ ਫੈਲਿਆ ਹੋਇਆ। ਹੁਣੇ ਹੁਣੇ ਇਹਨੇ ਤੁਰਕਾਂ ਦਾ ਨਾਸ਼ ਕੀਤਾ ਸੱਚੇ ਪਾਤਸ਼ਾਹ ਨੇ,
ਹੁਣ ਜਿਹੜਾ ਸਮਾਂ ਉਹ ਵੇਲ ਹੈ ਸਮੇਂ, ਇਸ ਸਮੇਂ ਵਿੱਚ ਤੇ ਪਤੀ ਜੀ ਇਹਦੇ ਤੋਂ ਵੱਧ ਤੇ ਸਮਾਂ ਹੀ ਕੋਈ ਚੰਗਾ ਹੋਰ ਨਹੀਂ ਹੋ ਸਕਦਾ। ਹਾਂਜੀ, ਮਾਮੇ ਔਰ ਮਹਿ ਦੀਰਘ ਬਾਸ਼ਾ, ਮੇਰੇ ਮਨ ਦੀ ਵੀ ਵੱਡੀ ਇੱਛਾ ਹੈ ਜੇ ਇਸ ਸਮੇਂ ਵਿੱਚ ਸਾਡੀ ਧੀ ਸਾਡੀ ਬੱਚੀ ਦਾ ਆਨੰਦ ਕਾਰਜ ਹੋ ਜੇ, ਸ਼ਾਦੀ ਹੋ ਜੇ। ਹਾਂਜੀ, ਕਰ ਦੇਹ ਬਿਲੰਬ ਨਾ ਕੀਜੈ, ਹਾਂਜੀ, ਲਿਖ ਸ਼ਾਹ ਗੁਰ ਕੋ ਦੀਜੈ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਜੀ। ਮਾਤਾ ਜੀ, ਮਾਤਾ ਬਿਸ਼ਨ ਕੌਰ ਜੀ ਆਪਣੇ ਪਤੀ ਜੀ ਨੂੰ ਕਹਿਣ ਲੱਗੇ, ਲਾਲ ਚੰਦ ਜੀ ਨੂੰ, ਵੀ ਪਤੀ ਜੀ ਤੁਸੀਂ ਇਸ ਤਰ੍ਹਾਂ ਕਰੋ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬੇਨਤੀ ਕਰ ਲਿਓ, ਮਹਾਰਾਜ ਸਾਨੂੰ ਕਿਹੜੀ ਤਰੀਕ ਦਿੰਦੇ ਨੇ, ਉਸ ਤਰੀਕ ਦੇ ਨਾਲ ਆਪਾਂ ਖੁਸ਼ੀਆਂ ਵਾਲਾ ਜਿਹੜਾ ਸਮਾਂ ਸ਼ਾਦੀ ਵਾਲਾ ਉਹ ਮਹਾਰਾਜ ਕਿਰਪਾ ਕਰਨ ਉਹ ਸਮਾਂ ਆਵੇ। ਹਾਂਜੀ, ਕਰ ਮਸਲਤ ਬਿਪਰ ਬੁਲਾਇਓ, ਕਹਿ ਸ਼ਾਹ ਤਬੇ ਸੁਧਾਇਓ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰਮੁਖੋ ਮਸਲਤ ਕਰਕੇ ਭਾਵ ਆਪਸ ਵਿੱਚ ਵਿਚਾਰ ਕਰਕੇ ਦੋਵਾਂ ਨੇ ਪਿੰਡ ਦੇ ਸਿਆਣੇ ਬੰਦੇ ਨੂੰ ਸੱਦਿਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੈਸੇ ਉਦੋਂ ਇਹ ਕੰਮ ਬਹੁਤਾ ਨਾ ਜੀ ਬ੍ਰਾਹਮਣ ਕਰਦੇ ਹੁੰਦੇ ਸੀਗੇ ਜੀ। ਉਸ ਸਮੇਂ ਜੀ ਗੁਰੂ ਘਰ ਵਿੱਚ ਸਾਰੇ ਪੁਰਸ਼ ਹੀ ਆਉਂਦੇ ਜਾਂਦੇ ਸੀਗੇ ਜੀ, ਬੜੇ ਬੜੇ ਬ੍ਰਾਹਮਣ ਵੀ ਆਉਂਦੇ ਸਨ। ਹਾਂਜੀ, ਇਹ ਕੰਮ ਉਦੋਂ ਮੁੱਖ ਰੂਪ ਚ ਬ੍ਰਾਹਮਣ ਕਰਦੇ ਹੁੰਦੇ ਸੀਗੇ। ਇੱਕ ਪਿੰਡ ਦਾ ਜਿਹੜਾ ਖਾਸ ਬ੍ਰਾਹਮਣ ਸੀ ਨਾ ਜੀ, ਜਿਹੜਾ ਇਹ ਕੰਮ ਕਰਦਾ ਸੀ ਰਿਸ਼ਤਿਆਂ ਦਾ, ਉਹਨਾਂ ਨੂੰ ਬਾਬਾ ਲਾਲ ਚੰਦ ਜੀ ਨੇ ਆਪਣੇ ਘਰ ਵਿੱਚ ਸੱਦਿਆ ਜੀ। ਹਾਂਜੀ, ਜਬ ਫਲਗਨ ਨੌਮੀ ਆਇਓ, ਹਾਂਜੀ, ਤਬ ਵਿਆਹ ਰਚੋ ਸੁਖ ਪਾਇਓ। ਤੇ ਕਰ ਕਰਾ ਕੇ ਉਸ ਸਮੇਂ ਦੇ ਮੌਸਮ ਦਾ ਹਿਸਾਬ ਲਾ ਕੇ ਪਤਾ ਕਿਹੜੀ ਤਰੀਕ ਕੱਢੀ ਸੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮੌਸਮ ਦਾ ਹਿਸਾਬ ਲਾ ਲੂ ਕੇ ਇਹ ਤਰੀਕ ਕੱਢੀ ਵੀ ਫੱਗਣ ਮਹੀਨੇ ਦੀ 9ਵੀਂ ਤਰੀਕ ਨੂੰ। ਹਾਂਜੀ, ਮਾਘ ਤੋਂ ਬਾਅਦ ਫੱਗਣ ਆਉਂਦਾ ਜੀ। ਹਾਂਜੀ, ਤੇ ਫੱਗਣ ਤੇ ਮਹੀਨਾ ਹੀ ਬੜਾ ਆਨੰਦਾਂ ਵਾਲਾ ਜੀ। ਫਲਗੁਣ ਆਨੰਦ ਉਪਾਰਜਨਾ। ਫੱਗਣ ਮਹੀਨੇ ਦੀ 9ਵੀਂ ਤਰੀਕ ਨੂੰ ਆਪਾਂ ਗੁਰੂ ਸਾਹਿਬ ਨੂੰ ਬੇਨਤੀ ਕਰੀਏ ਵੀ ਉਹ ਬਰਾਤ ਲੈ ਕੇ ਸਾਡੇ ਘਰ ਆਵਣ। ਹਾਂਜੀ, ਲਿਖ ਕਾਗਦ ਬਿਪਰ ਪਠਾਇਓ, ਚੱਲ ਸਤਿਗੁਰ ਕੇ ਟਿਗ ਆਇਓ। ਤੇ ਕਰਤਾਰਪੁਰ ਸਾਹਿਬ ਵਿੱਚ ਜਿੱਥੇ ਇੱਕ ਪਾਸੇ ਧੰਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਜੇ ਸਨ, ਉੱਥੇ ਉਹ ਬ੍ਰਾਹਮਣ ਸਾਏ ਚਿੱਠੀ ਲੈ ਕੇ ਗੁਰੂ ਸਾਹਿਬ ਦੇ ਕੋਲ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੁਸੀਂ ਵੱਡੇ ਸਿਆਣੇ ਬੈਠੇ ਹੋ, ਆਪ ਜੀ ਨੂੰ ਪਤਾ ਸਾਏ ਚਿੱਠੀ ਕੀ ਹੁੰਦੀ ਜੀ। ਹਾਂਜੀ, ਸਾਏ ਚਿੱਠੀ ਲੈ ਕੇ ਉਹ ਬ੍ਰਾਹਮਣ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ ਜੀ। ਹਾਂਜੀ, ਕਹਿ ਆ ਸਿੱਖ ਬੈਠ ਸੁਨਾਵਾ, ਮੈਂ ਸਾਹ ਲੈ ਕਰ ਆਵਾਂ। ਆ ਕੇ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਉਹਨੇ। ਮਹਾਰਾਜ ਕਹਿੰਦੇ ਦੱਸ ਭਾਈ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਮੈਂ ਸਾਏ ਚਿੱਠੀ ਲੈ ਕੇ ਆਇਆ ਹਾਂ। ਹਾਂਜੀ, ਕਹਿ ਪਾਤੀ ਤਬਹਿ ਪਠਾਈ, ਸੁਣ ਮੰਦਰ ਸ਼ੁੱਧ ਪਹੁੰਚਾਈ। ਤੇ ਸਾਏ ਚਿੱਠੀ ਪੜ੍ਹੀ ਜੀ। ਅੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਪੜ੍ਹ ਕੇ ਆਸੇ ਪਾਸੇ ਖਬਰਾਂ ਗੂੰਜ ਗਈਆਂ। ਗੁਰੂ ਸਾਹਿਬ ਨੇ ਵੀ ਉਹ ਤਰੀਕ ਸੁਣੀ। ਉਹਦੇ ਵਿੱਚ ਬਾਬਾ ਜੀ ਨੇ, ਬਾਬਾ ਲਾਲ ਚੰਦ ਜੀ ਨੇ ਇਹ ਬੇਨਤੀ ਲਿਖੀ ਸੀ, ਮਹਾਰਾਜ ਹੱਥ ਜੋੜ ਕੇ ਬੇਨਤੀ ਕਰਦਾ, ਫੱਗਣ ਮਹੀਨੇ ਦੀ 9 ਤਰੀਕ ਨੂੰ ਤੁਸੀਂ ਮੇਰੇ ਘਰ ਆਇਓ ਮਹਾਰਾਜ, ਤੇ ਸੱਚੇ ਪਾਤਸ਼ਾਹ ਵਿਆਹ ਵਾਲਾ ਸ਼ੁਭ ਕਾਰਜ ਹੋਵੇ। ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਜਾਓ ਮਾਤਾ ਨਾਨਕੀ ਆਪਣੀਆਂ ਮਾਵਾਂ ਨੂੰ ਦੱਸ ਦਿਓ, ਨਾਨਕੀ ਜੀ ਨੂੰ ਦੱਸ ਦਿਓ, ਮਰਵਾਹੀ ਜੀ ਨੂੰ ਦੱਸ ਦਿਓ, ਕਹਿ ਕੇ ਗੁਰੂ ਸਾਹਿਬ ਨੇ ਇਹ ਖਬਰ ਘਰ ਵਿੱਚ ਪਹੁੰਚਾਈ ਜੀ। ਹਾਂਜੀ, ਤਿੰਨ ਰੀਤ ਕਰੀ ਕੁਲ ਜੇਤੀ, ਉਤਸ਼ਾਹ ਵਿਸਾਲ ਸਮੇਤੀ। ਹਾਂਜੀ, ਮਿਲ ਗਾਵਤ ਗੀਤ ਰਸਾਲੇ, ਉਪਜਾਵਤ ਆਨੰਦ ਵਿਸਾਲੇ। ਤੇ ਗੁਰਮੁਖੋ ਇੱਕ ਤੇ ਹੁਣੇ ਹੁਣੇ ਜੰਗ ਦੀ ਜਿੱਤ ਦੀ ਬੜੀ ਵੱਡੀ ਖੁਸ਼ੀ ਸੀਗੀ ਜੀ। ਅੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਘਰ ਦੀ ਜਿੱਤ ਹੋਈ ਸੀਗੀ ਜੀ, ਉਹਦੀ ਵੀ ਬੜੀ ਖੁਸ਼ੀ ਸੀਗੀ ਜੀ। ਉਤੋਂ ਹੁਣ ਆ ਖੁਸ਼ੀਆਂ ਵਾਲਾ ਸਮਾਂ ਜੀ, ਇਹਦੀ ਵੀ ਬੜੀ ਵੱਡੀ ਖੁਸ਼ੀ ਹੋਈ ਜੀ। ਤੇ ਮਾਤਾਵਾਂ ਨੇ ਹੋਰ ਇਸਤਰੀਆਂ ਨੇ ਬੜਾ ਹੀ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ, ਬੜੀ ਖੁਸ਼ੀ ਮਨਾਈ
ਵੀ ਬੜੀਆਂ ਖੁਸ਼ੀਆਂ ਵਾਲਾ ਸਮਾਂ ਆ ਗਿਆ ਇਹ ਤੇ। ਹਾਂਜੀ ਤਿਜ ਸੇਵ ਕਰਾਏ ਰਖਾਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਸ਼ਾਹੀ ਚਿੱਠੀ ਲੈ ਕੇ ਆਇਆ ਇਹਨੂੰ ਕੁਛ ਦਿਨ ਰੱਖੋ ਆਪਣੇ ਕੋ, ਕਹਿਣ ਲੱਗੇ ਇਹਦੀ ਚੰਗੀ ਤਰ੍ਹਾਂ ਸੇਵਾ ਪਾਣੀ ਕਰੋ, ਖੁੱਲਾ ਇਹਨੂੰ ਛਕਾਓ। ਹਾਂਜੀ ਪੁੰਨ ਦੀਨ ਬਿਦਾਏ ਪਠਾਇਓ। ਫਿਰ ਸੱਚੇ ਪਾਤਸ਼ਾਹ ਨੇ ਉਹਨੂੰ ਬਸਤਰ ਦਿੱਤੇ ਜੀ। ਮਾਤਾ ਨਾਨਕੀ ਜੀ ਨੂੰ ਆਖਿਆ ਇਹਨੂੰ ਬਸਤਰ ਦਿਓ, ਇਹਨੂੰ ਮਾਇਆ ਦਿਓ, ਇਹਨੂੰ ਖਾਲੀ ਹੱਥ ਨਹੀਂ ਭੇਜਣਾ, ਇਹ ਖੁਸ਼ੀਆਂ ਦੀ ਖਬਰ ਲੈ ਕੇ ਆਇਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਘਰ ਤੇ ਸਦਾ ਹੀ ਖੁਸ਼ੀਆਂ ਨੇ, ਪਰ ਇਹੋ ਜੀ ਜਿਹੜਾ ਬੰਦਾ ਖਬਰ ਲੈ ਕੇ ਆਉਂਦਾ ਸੀ ਨਾ ਜੀ, ਉਹਨੂੰ ਖਾਲੀ ਹੱਥ ਨਹੀਂ ਸੀ ਕਰਦੇ ਹੁੰਦੇ ਜੀ। ਮਹਾਰਾਜ ਕਹਿਣ ਲੱਗੇ ਇਹਨੂੰ ਵਸਤੂਆਂ ਦਿਓ। ਮਾਤਾ ਨਾਨਕੀ ਜੀ ਨੇ ਵਸਤੂਆਂ ਦਿੱਤੀਆਂ ਤੇ ਉਸ ਵੀਰ ਨੇ ਜਾ ਕੇ ਗਾਂ ਖਬਰ ਸੁਣਾਈ ਬਾਬਾ ਲਾਲ ਚੰਦ ਜੀ ਨੂੰ। ਹਾਂਜੀ ਜਬ ਵਿਆਹ ਦਿਵਸ ਨਿਰਾਏ ਸੰਬੰਧੀ ਸਕਲ ਬੁਲਾਏ। ਇਧਰੋਂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਮਾਤਾਵਾਂ ਨੂੰ ਆਖਿਆ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੇ, ਮਾਤਾ ਮਰਵਾਹੀ ਜੀ ਨੂੰ ਆਖਿਆ ਵੀ ਵਿਆਹ ਦੇ ਦਿਨ ਹੁਣ ਨੇੜੇ ਹੀ ਆ ਗਏ ਨੇ ਤੇ ਹੁਣ ਤੁਸੀਂ ਜਿੰਨੇ ਸੰਬੰਧੀ ਨੇ ਸਾਰਿਆਂ ਨੂੰ ਕੋਲ ਸੱਦੋ ਆਪਣੇ ਜੀ। ਪਹਿਲੇ ਸਮੇਂ ਬੜਾ ਵੱਡਾ ਮੰਗਲ ਹੁੰਦਾ ਸੀਗਾ ਜੀ, ਬੜਾ ਵੱਡਾ ਮੰਗਲ। ਅਸੀਂ ਖੁਦ ਵੇਖਦੇ ਰਹੇ ਹਾਂ ਜੀ। ਮੈਂ ਆਪਣੇ ਨਾਨਕੇ ਜਾ ਕੇ ਵੀ ਬੜੇ ਬੜੇ ਰਿਸ਼ਤੇਦਾਰ ਵਿਆਹ ਦੇ ਦਿਨ ਤੋਂ ਕਈ ਦਿਨ ਪਹਿਲਾਂ ਹੀ ਆ ਜਾਂਦੇ ਹੁੰਦੇ ਸੀ ਘਰਾਂ ਵਿੱਚ ਜੀ। ਹਾਂਜੀ ਤੇ ਪਹਿਲਾਂ ਹੀ ਖਬਰਾਂ ਦੇ ਦਿੱਤੀਆਂ ਜਾਂਦੀਆਂ ਸਨ ਜੀ। ਹੁਣ ਤੇ ਬਸ ਉਸੇ ਦਿਨ ਹੀ ਘੜੀ ਰੌਣਕ ਹੁੰਦੀ ਜੀ, ਉਹਦੇ ਤੋਂ ਬਾਅਦ ਸਭ ਖਤਮ ਹੋ ਜਾਂਦਾ ਜੀ। ਹਾਂਜੀ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾਵਾਂ ਦੀ ਡਿਊਟੀ ਲਾਈ ਵੀ ਪਹਿਲਾਂ ਹੀ ਸਕੇ ਸੰਬੰਧੀ ਜਿੰਨੇ ਨੇ ਸਾਰੇ ਹੀ ਸੱਦ ਲਵੋ। ਹਾਂਜੀ ਪਕਵਾਨ ਭੇਜ ਸਭ ਥਾਨੇ ਉਤਸ਼ਾਹ ਕੀਨ ਹਰ ਖਾਨੇ। ਤੇ ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਜੀ ਵਾਹਿਗੁਰੂ 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 ਵਾਹਿਗੁਰੂ। ਮਾਤਾ ਨਾਨਕੀ ਜੀ ਨੂੰ ਬੜਾ ਹੀ ਚਾਅ ਚੜਿਆ ਜੀ। ਮਾਤਾ ਨਾਨਕੀ ਜੀ ਨੂੰ ਬਹੁਤ ਚਾਅ ਚੜਿਆ। ਸਾਧ ਸੰਗਤ ਜੀ ਮਾਤਾ ਜੀ ਨੇ ਲੱਡੂ ਤਿਆਰ ਕਰਵਾਏ ਜੀ, ਲੱਡੂ ਤਿਆਰ ਕਰਾਏ ਜੀ। ਤੇ ਮੈਂ ਅੱਗੇ ਵੀ ਬੇਨਤੀ ਕੀਤੀ ਵੀ ਹੁਣ ਵਾਲੇ ਲੱਡੂ ਤੇ ਏਡੇ ਏਡੇ ਜੀ। ਹਾਂਜੀ ਉਸ ਸਮੇਂ ਲੱਡੂ ਵੀ ਬੜੇ ਬੜੇ ਵੱਡੇ ਹੁੰਦੇ ਸੀਗੇ ਜੀ। ਮਾਤਾ ਜੀ ਨੇ ਲੱਡੂ ਤਿਆਰ ਕਰਾਏ ਤੇ ਵੱਖ ਵੱਖ ਸਿੱਖਾਂ ਨੂੰ ਵੱਖ ਵੱਖ ਥਾਵਾਂ ਤੇ ਕੱਲ ਦਿੱਤਾ ਜੀ। ਲੱਡੂ ਭੇਜ ਕੇ ਵੀ ਜਾਓ ਭਾਈ ਵਿਆਹ ਦਾ ਸੱਦਾ ਦੇਣਾ ਸਭ ਨੂੰ, ਸਾਰਿਆਂ ਨੂੰ ਛੇਤੀ ਤੋਂ ਛੇਤੀ ਸੱਦ ਕੇ ਲੈ ਆਓ। ਹਾਂਜੀ ਸੁਤ ਬਿਨਤਾ ਕੇ ਜੁਤ ਦਾਤੂ। ਸਭ ਤੋਂ ਪਹਿਲਾਂ ਵੇਖੋ ਮਾਤਾਵਾਂ ਮਰਜ਼ਾਦਾ ਵਾਲੀਆਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਭ ਗੁਰੂ ਘਰ ਦੀ ਮਰਜ਼ਾਦਾ ਦਾ ਪਤਾ। ਸਭ ਤੋਂ ਪਹਿਲਾਂ ਜੇ ਸੱਦਾ ਪਹੁੰਚਾਇਆ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਕੁੱਲ ਨੂੰ ਪਹੁੰਚਾਇਆ ਜੀ। ਹਾਂਜੀ ਬਾਬਾ ਦਾਤੂ ਜੀ ਉਦੋਂ ਉਸ ਸਮੇਂ ਸਰੀਰ ਕਰਕੇ ਸਨ। ਬਾਬਾ ਦਾਤੂ ਜੀ ਦੇ ਕੋਲ ਮਠਿਆਈ ਕੱਲੀ ਦੀ। ਸਿੱਖਾਂ ਜਾ ਕੇ ਬੇਨਤੀ ਕੀਤੀ ਜੀ ਤੇਗ ਬਹਾਦਰ ਜੀ ਦੀ ਸ਼ਾਦੀ ਹੈ, ਪਰਿਵਾਰ ਸਮੇਤ ਦਰਸ਼ਨ ਦੇਣੇ ਨੇ। ਹਾਂਜੀ ਗੋਰੇ ਅਮਰ ਬੰਸ ਹਰ ਖਾਤੂ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਕੁੱਲ ਨੂੰ ਸੱਦਾ ਦਿੱਤਾ ਗਿਆ। ਗੋਇੰਦਵਾਲ ਸਾਹਿਬ ਵੀ ਵੱਡੇ ਵੱਡੇ ਲੱਡੂ ਪਹੁੰਚ ਗਏ ਜੀ। ਹਾਂਜੀ ਤੇ ਉਹ ਹਿਸਾਬ ਕਿਤਾਬ ਨਹੀਂ ਸੀ ਹੁੰਦਾ ਜੀ ਵੀ ਕਿਲੋ ਲੱਡੂ ਕੱਲ ਦੇਣੇ ਨੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਤੇ ਜਿਉਂ-ਜਿਉਂ ਸਮਾਂ ਲੰਘਦਾ ਜਾਂਦਾ ਤਿਉਂ-ਤਿਉਂ ਮਠਿਆਈ ਵੀ ਘਟਦੀ ਜਾਂਦੀ ਜੀ, ਘਟਦੀ ਜਾਂਦੀ ਸਾਰਾ ਕੁਛ ਜੀ। ਹਾਂਜੀ ਉਰੋਂ ਟੋਕਰਿਆਂ ਦੇ ਟੋਕਰੇ ਘੱਲਦੇ ਹੁੰਦੇ ਸੀਗੇ ਜੀ। ਟੋਕਰੇ ਭਰ ਭਰ ਕੇ ਘੱਲਣੇ ਤੇ ਫਿਰ ਜਿੱਧਰ ਜਾਣੇ ਲੱਡੂ ਉਹਨਾਂ ਪੂਰੇ ਮਹੱਲੇ ਵਿੱਚ ਹੀ ਵੰਡਣੇ ਹੁੰਦੇ ਸੀਗੇ ਜੀ, ਪੂਰੇ ਮਹੱਲੇ ਵਿੱਚ ਜੀ। ਹਾਂਜੀ ਇਹ ਸਾਰੀਆਂ ਗੱਲਾਂ ਅਸੀਂ ਆਪ ਵੇਖਦੇ ਰਹੇ ਜੀ। ਤੇ ਤੁਸੀਂ ਤੇ ਮੇਰੇ ਤੋਂ ਵੀ ਸਿਆਣੀ ਉਮਰ ਵਾਲੇ ਬੈਠੇ, ਤੁਸੀਂ ਵੇਖਦੇ ਰਹੇ ਇਹ ਸਾਰੀਆਂ ਗੱਲਾਂ। ਹਾਂਜੀ ਟੋਕਰਾ ਭਰ ਕੇ ਲੱਡੂਆਂ ਦਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਲੈ ਕੇ ਗਏ ਸਿੱਖ। ਉੱਥੇ ਜਾ ਕੇ ਦੱਸਿਆ ਸ੍ਰੀ ਤੇਗ ਬਹਾਦਰ ਜੀ ਦੀ ਸ਼ਾਦੀ ਹੈ, ਸਾਰਿਆਂ ਨੇ ਸੰਗਤਾਂ ਸਮੇਤ ਦਰਸ਼ਨ ਦੇਣੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਤੇ ਪਰਿਵਾਰ ਸਮੇਤ ਦਰਸ਼ਨ ਹੈਗੇ ਨਾ ਜੀ, ਇੱਕ ਸੰਗਤ ਸਮੇਤ ਦਰਸ਼ਨ ਹੈਗੇ ਜੀ। ਹਾਂਜੀ ਗੋਇੰਦਵਾਲ ਸਾਹਿਬ ਦੀਆਂ ਸਾਰੀਆਂ ਹੀ ਸੰਗਤਾਂ, ਗੁਰੂ ਸਾਹਿਬ ਵੱਲੋਂ ਬੇਨਤੀ ਹੈ ਸਾਰੀਆਂ ਹੀ ਸੰਗਤਾਂ ਆਉਣ। ਹਾਂਜੀ ਗੁਰ ਸਸੁਰ ਆਏ ਹਰ ਚੰਦੂ
ਲੱਖ ਦੋਹਿਤ ਵਿਆਹੋ ਆਨੰਦੋ। ਤੇ ਗੁਰੂ ਸਾਹਿਬ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਾ ਜੀ ਦਾ ਨਾਂ ਸੀ ਹਰੀ ਚੰਦ ਜੀ। ਉਹਨਾਂ ਕੋਲ ਵੱਡੇ ਵੱਡੇ ਲੱਡੂ ਪਹੁੰਚ ਗਏ ਜੀ, ਉਹ ਵੀ ਆ ਗਏ ਜੀ। ਹਾਂਜੀ। ਧਨ ਬਣਤਾ ਲੈ ਪਰਵਾਰਾ, ਚੱਲ ਆਏ ਪੁਰ ਕਰਤਾਰਾ। ਤੇ ਗੁਰਮੁਖੋ ਗੋਂਦਵਾਲ ਸਾਹਿਬ ਵਾਲੇ ਆ ਗਏ, ਖਡੂਰ ਸਾਹਿਬ ਵਾਲੀਆਂ ਸੰਗਤਾਂ ਆ ਗਈਆਂ। ਕਰਤਾਰਪੁਰ ਸਾਹਿਬ ਵਿੱਚ ਬਹੁਤ ਵੱਡੀ ਖੁਸ਼ੀ ਮਨਾਈ ਜਾਣ ਲੱਗ ਪਈ। ਗੱਜ ਕੇ ਆਖੋ ਵਾਹਿਗੁਰੂ। ਬੜੀ ਖੁਸ਼ੀ ਮਨਾਈ ਗਈ, ਬੜੀ ਖੁਸ਼ੀ ਮਨਾਈ ਗਈ। ਹਾਂਜੀ। ਉਧਰੋਂ ਹਰ ਕੋਈ ਜਿਹਨੂੰ ਹੋਰ ਪਾਸੋਂ ਖਬਰ ਮਿਲਦੀ ਸੀ ਨਾ ਜੀ, ਉਹ ਫਿਰ ਸੱਦਾ ਨਹੀਂ ਉਡੀਕਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਵੀ ਸਾਨੂੰ ਸੱਦਾ ਆਇਆ ਕਿ ਨਹੀਂ ਆਇਆ ਜੀ, ਬਸ ਉਹ ਪਹੁੰਚ ਜਾਂਦੇ ਸੀਗੇ ਵੀ ਐਡਾ ਸ਼ੁਭ ਸਮਾਂ। ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪੁੱਤਰਾਂ ਦੇ ਦਰਸ਼ਨ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਦੇ ਦਰਸ਼ਨ। ਹਾਂਜੀ। ਜਿਹਨੂੰ ਨਹੀਂ ਵੀ ਸੀ ਨਾ ਨਿਉਤਾ ਪਹੁੰਚਿਆ, ਉਹ ਵੀ ਪਹੁੰਚ ਗਿਆ ਜੀ। ਹਾਂਜੀ। ਸਰਸ ਦਾ ਸ਼ੌਰ ਨਰ ਔਰੇ, ਹਰ ਚੰਦ ਸੰਗ ਤਿਸ ਠੌਰੇ। ਸਾਧ ਸੰਗਤ ਜੀ, ਹਰੀ ਚੰਦ ਜੀ ਦੀ ਡਿਊਟੀ ਮਹਾਰਾਜ ਨੇ ਅੰਮ੍ਰਿਤਸਰ ਲਾਈ ਹੈਗੀ ਜੀ। ਉਹ ਅੰਮ੍ਰਿਤਸਰ ਕੁਝ ਸਮੇਂ ਵਾਸਤੇ ਛੱਡ ਕੇ ਕਰਤਾਰਪੁਰ ਸਾਹਿਬ ਪਹੁੰਚੇ ਵੀ ਖੁਸ਼ੀਆਂ ਦਾ ਸਮਾਂ ਆਇਆ ਤੇ ਜਾ ਕੇ ਸ਼ਾਮਲ ਹੋਈਏ। ਹਾਂਜੀ। ਸਭ ਦਰਸ਼ਨ ਗੁਰ ਕੇ ਆਏ, ਸੁਤ ਵਿਆਹ ਸੁਣਤ ਮੁੰਦ ਪਾਏ। ਸਾਰਿਆਂ ਨੇ ਆ ਕੇ, ਗੋਇੰਦਵਾਲ ਸਾਹਿਬ ਵਾਲਿਆਂ, ਖਡੂਰ ਸਾਹਿਬ ਵਾਲਿਆਂ, ਸਭ ਨੇ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲੇ ਸੱਚੇ ਪਾਤਸ਼ਾਹ ਨੂੰ ਦਿੱਤੀਆਂ ਵਧਾਈਆਂ। ਅੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਕਥਾ ਮੈਂ ਤਾਂ ਬੇਨਤੀ ਕਰਨਿਆ ਗੁਰਮੁਖੋ, ਇਹਨੂੰ ਇਉਂ ਵੀ ਕਰਿਆ ਜਾਵੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਪਿਤਾ ਦੀ ਸ਼ਾਦੀ ਦਾ ਕਥਾ ਹੈਗੀ ਜੀ। ਹਾਂਜੀ। ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਪਿਤਾ ਜੀ ਨੇ ਜੀ। ਹਾਂਜੀ। ਬੜੀਆਂ ਹੀ ਖੁਸ਼ੀਆਂ ਦਾ ਸਮਾਂ ਸੀ, ਬੜੀਆਂ ਹੀ ਖੁਸ਼ੀਆਂ ਦਾ ਸਮਾਂ। ਆ ਕੇ ਸਭ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਵਧਾਈਆਂ ਦਿੱਤੀਆਂ ਜੀ। ਹਾਂਜੀ। ਜੋਤ ਭਾਗਣ ਆਇਓ ਦੁਆਰਾ, ਲੈ ਰਾਮਾ ਆਪਣੀ ਦਾਰਾ। ਤੇ ਬਾਬਾ ਦੁਆਰਾ ਜੀ ਜੋ ਕਿ ਮਾਤਾ ਮਰਵਾਹੀ ਜੀ ਦੇ ਪਿਤਾ ਜੀ ਨੇ, ਉਹ ਵੀ ਆਏ ਜੀ। ਭਾਈ ਰਾਮਾ ਜੀ ਆਏ, ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਗੁਰੂ ਕੇ ਸਿੱਖ ਕਰਤਾਰਪੁਰ ਸਾਹਿਬ ਆ ਰਹੇ ਜੀ। ਹਾਂਜੀ। ਸੁਣ ਜੋ ਦੁਰਾਏ ਨਰ ਗਨ ਕੋ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਹੱਥ ਜੋੜੋ ਤੇ ਗੱਜ ਕੇ ਆਖੋ ਇੱਕ ਵਾਰੀ। ਜੰਗ ਵਿੱਚ ਬੜੀ ਵੱਡੀ ਸੇਵਾ ਕੀਤੀ ਸੀ ਰਾਏ ਜੋਧ ਨੇ ਜੀ। ਮਹਾਰਾਜ ਨੇ ਰਾਏ ਜੋਧ ਨੂੰ ਆਖਿਆ ਸੀ, ਰਾਏ ਜੋਧ ਜਦੋਂ ਮਹਾਰਾਜ ਕਾਂਗੜਪੁਰ ਤੋਂ ਚੱਲੇ, ਰਾਏ ਜੋਧ ਜਦੋਂ ਸਮਾਂ ਆਏਗਾ ਤੈਨੂੰ ਬੁਲਾਵਾਂਗੇ ਜੀ। ਹਾਂਜੀ। ਮਹਾਰਾਜ ਨੇ ਮਾਤਾ ਨਾਨਕੀ ਜੀ ਨੂੰ ਆਖਿਆ ਵੀ ਲੱਡੂ ਉਧਰ ਵੀ ਕੱਲੋ, ਮਠਿਆਈਆਂ ਉਧਰ ਵੀ ਕੱਲੋ। ਕਾਂਗੜਪੁਰ ਲੱਡੂ ਪਹੁੰਚ ਗਏ ਜੀ, ਮਠਿਆਈਆਂ ਪਹੁੰਚ ਗਈਆਂ। ਹਾਂਜੀ। ਰਾਏ ਜੋਧ ਨੂੰ ਬਸ ਖਬਰ ਮਿਲਣ ਦੀ ਦੇਰ ਸੀ। ਰਾਏ ਜੋਧ ਸਮੇਤ ਫੌਜਾਂ ਦੇ ਸਮੇਤ ਪਤਨੀ ਦੇ ਕਰਤਾਰਪੁਰ ਸਾਹਿਬ ਪਹੁੰਚ ਗਿਆ ਜੀ। ਹਾਂਜੀ। ਸ਼ੋਭਾ ਵਸਤੂ ਗੁਰੂ ਅਰਪਨ ਕੋ। ਹਾਂਜੀ। ਤ੍ਰੇ ਬ੍ਰੰਦ ਲਾਏ ਪਟਰਾਨੇ। ਹਾਂਜੀ। ਚੱਲ ਆਈ ਆਨੰਦ ਮਹਾਨੇ। ਤੇ ਰਾਏ ਜੋਧ ਖਾਲੀ ਹੱਥ ਨਹੀਂ ਆਇਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੜੇ ਬਸਤਰ ਲੈ ਕੇ ਆਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਬਸਤਰ, ਮਾਤਾਵਾਂ ਵਾਸਤੇ ਬਸਤਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਬਸਤਰ। ਰਾਏ ਜੋਧ ਸਭ ਦੇ ਹੀ ਬਸਤਰ ਲੈ ਕੇ ਆਇਆ ਜੀ। ਹਾਂਜੀ। ਕਿਉਂ ਦੀ ਪਤਨੀ ਬੜੀ ਸਿਆਣੀ ਸੀ। ਉਹਨੇ ਆਖਿਆ ਗੁਰੂ ਘਰ ਵਿੱਚ ਸ਼ਾਦੀ ਦਾ ਸਮਾਂ ਤੇ ਪਤੀ ਜੀ ਆਪਾਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਇਹ ਸਮਾਂ ਵੇਖਣਾ ਹੈ ਤੇ ਆਪਾਂ ਵੱਧ ਤੋਂ ਵੱਧ ਵਸਤੂਆਂ ਲੈ ਕੇ ਜਾਣਾ, ਮਹਾਰਾਜ ਜੀ ਦੀ ਸੇਵਾ ਵਿੱਚ ਰੱਖਣੀਆਂ। ਤੇ ਗੁਰਮੁਖੋ ਵੱਧ ਤੋਂ ਵੱਧ ਵਸਤੂਆਂ ਲੈ ਕੇ ਰਾਣੀ ਆਈ ਹੈ ਤੇ ਸਾਰੇ ਬੈਠੇ ਨੇ। ਮਹਾਰਾਜ ਅੱਗੇ ਵਸਤੂਆਂ ਰੱਖ ਦਿੱਤੀਆਂ। ਬੜਾ ਹੀ ਆਨੰਦ ਵਰਤ ਰਿਹਾ ਕਰਤਾਰਪੁਰ ਸਾਹਿਬ ਵਿੱਚ। ਹਾਂਜੀ। ਸੁਣ ਸਾਧੂ ਰੂਪਾ ਆਇਓ। ਭਾਈ ਸਾਧੂ ਜੀ ਤੇ ਭਾਈ ਰੂਪਾ ਜੀ ਜਿਨ੍ਹਾਂ ਪਿਓ ਪੁੱਤ ਨੇ ਪਾਣੀ ਮਹਾਰਾਜ ਵਾਸਤੇ ਰੱਖਿਆ ਸੀ ਜਲ, ਉਹਨਾਂ ਨੂੰ ਵੀ ਮਹਾਰਾਜ ਨੇ ਸਨਾ ਕਲਾਇਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੇਖੋ ਗੁਰੂ ਘਰ ਵਿੱਚ ਰਿਸ਼ਤੇਦਾਰੀ ਗੁਰੂ ਕੀ ਸੰਗਤ ਹੀ ਹੈਗੀ ਹੈ ਜੀ। ਹਾਂਜੀ।
खास रिश्तेदारी कोई नहीं, गुरु की संगत ही बड़ी वड्डी रिश्तेदारी है। गज के आखो वाहेगुरु। हुण जेड़ा मनुख रोज संगत करदा ना जी, रोज संगत करदा, उन्हां दे जीवन विच वेखिया अपने कोई रिश्तेदारां दी इन्नी चिंता ना होवे, वो संगत दे प्रेमी दा बड़ा सोचदा जी। हाँ जी, संगत दे प्रेमी दा बहुत सोचना जी, क्यों ये भी परिवार बन जाता जी। ते गुरु के सारे सिख ही गुरु जी दे रिश्तेदार ने जी। महाराज ने चेची खबर भाई साधु जी ते भाई रूपा जी नूं कलाई जी, वो भी आगे प्यो पुत। हाँ जी, परिवार संग सब लियायो, इतिहादक जिन सुध पाई। हाँ जी, सब पहुँचे बिलम भुलाई। बस कईयां ने ते ये भी नहीं वेख्या भी न्योता आया कि नहीं आया जी। होने वाली भाषा च मैं कह दियां, ये भी नहीं उड़ीकिया भी कार्ड आया कि नहीं आया, सब पहुंच गए जी बस जी। हाँ जी, सुत साधु धर्मा लीने, गुर मिलबे मग पग दीने। हाँ जी, रथ चढ़ कर बीरो आई, गुर सुता मिलन ललचाई। ते श्री गुरु तेग बहादुर साहब महाराज जी दे भैन जी, कज के आखो वाहिगुरु। सत्कारयोग पूजनीक बेबे वीरो जी, बेबे वीरो जी भी अपने परिवार समेत आए जी। हाँ जी, रथ ते चढ़ के आए, बड़िया ही खुशियां दा समा भी मेरे भराता जी दी शादी है। गज के आखो वाहिगुरु। ते भरावां विचों ना जी श्री गुरु तेग बहादुर साहब जी दी अवस्था सब तो छोटी सीगी जी। है सब तो छोटे ने, है ते दुनिया दे मालक जी, पर मैं आम भरावां दी गल करनिया जी। हाँ जी, बेबे वीरो जी भी रथ ते चढ़ के आए जी, बड़िया ही खुशियां भी मेरे भरा दी शादी है। हाँ जी, सब आन गुरु पद बंदे। सारियां ने आके धन गुरु हरगोबिंद साहब नूं मत्था टेकिया, तुही भी टेको, आखो धन गुरु हरगोबिंद साहब जी महाराज। श्री गुरु हरगोबिंद साहब सब ने आके नमस्कारां कीतियां, मत्थे टेके, गुरु साहब सच्चे पातशाह जी नूं वधाइयां दित्तियां। महाराज बड़ी वधाई होवे, जंग दे जितण दी भी वधाई, ते आ नवां कारज जिहड़ा आरंभ होया महाराज ओदी भी वधाई है। हाँ जी, मिल भल्ले त्रिहण बिरंदे, गुर जथा जोग सन्माने। हाँ जी, सुध लीनस खान रूपाने। महाराज ने राय जोध दी ड्यूटी लाई। महाराज ने कहा राय जोध जिन्नियां फौजां आईयां उन्हां नूं को तंबू लाओ संगत वास्ते। उरों तंबूआं दा ही प्रबंध हुंदा सीगा जी ज़्यादा। हाँ जी, पक्के मकान ते टाਵੇਂ टाਵੇਂ हुंदे सीगे जी ਇਹੋ ਜਿਹੇ ਸਮਿਆਂ ਵਿੱਚ, ਵਿਆਹ ਸ਼ਾਦੀ ਦੇ ਸਮੇਂ जी। हाँ जी, तंबू लाए फौजां ने, बड़ियां ही खुशियां वरत रहीआं जी। उन्हां विचों खास गुरु साहब ध्यान रखण दे। गज के आखो वाहिगुरू। पता किन्हां दा जी? धन गुरु अंगद देव साहब महाराज जी दी कुल दा जी। श्री गुरु अमरदास साहब जी दी कुल दा भी बड़े सत्कारयोग ने। हाँ जी, सनबंदी हर परवारा, मिल जथा जोग मुंद तारा। हाँ जी, शुभ नानकी रू मरवाही। हाँ जी, कह गिरा मृदुल सब पाहे। ते माता नानकी जी दा चाह नहीं बयान किया जा सकता, माता मरवाही जी का चाह नहीं बयान किया जा सकता। माता नानकी जी हर एक नूं कह रहे जी आया नूं, जी आया नूं, तुसीं आए खुशियां दे समय विच शामिल होए, तुहाडा बहुत बहुत शुक्र है। गज के आखो वाहिगुरू। हाँ जी, बुरा बोल नहीं बोलते, मिठे मिठे बोल बोलन, सब नूं खुले पदार्थ छकाउण, खुला लंगर चले जी गुरु घर विच। ते महाराज ने सारे सके संबंधी रिश्तेदार ब्रह्म ज्ञानी गुरु के सिख जेड़े आए ने, सब नूं आख्या भाई 2 टाइम सतसंग होएगा। गज के आखो वाहिगुरू। 2 समय सतसंग होएगा, सवेर दे समय भी ते शाम दे समय भी। ते हे वाहिगुरू बख्श ली। हाँ जी, अज कल दे विआहां विच जो हुंदा वाहिगुरू बख्शी लवे जी। हाँ जी, इन्ने लच्चर गीत, सच्ची गल ये है, मैं अपने मन विच विचार करके गुरु साहब अगे अरदास करके ते छुट्टी मंगी है भी महाराज हुण अज तो बाद महाराज कृपा करियो पैलसां च ना ही जाया जाए तो चंगी गल है जी। हाँ जी,
ਪਹਿਲਾਂ ਪਹਿਲਾਂ ਚਲੋ ਜਿਹੜੇ ਜਾਏ ਜੀ, ਜੋ ਉੱਥੇ ਗਾਣੇ ਚੱਲਦੇ ਜੀ, ਵਾਹਿਗੁਰੂ ਬਖਸ਼ੀ ਲਏ ਜੀ। ਨਾ ਹੀ ਸੁਣਨੇ ਪੈਣ ਤੇ ਚੰਗੀ ਗੱਲ ਹੈ ਜੀ। ਮਹਾਰਾਜ ਮਜਬੂਰੀ ਵਿੱਚ ਵੀ ਕਿਤੇ ਨਾ ਸੁਣਾਇਓ ਜੀ। ਇਹਨਾਂ ਕੰਨਾਂ 'ਚ ਗੁਰਬਾਣੀ ਦਾ ਕੀਰਤਨ ਪਵੇ, ਇਹਨਾਂ ਕੰਨਾਂ 'ਚ ਗੁਰਬਾਣੀ ਦਾ ਪਾਠ ਪਵੇ, ਗੁਰਬਾਣੀ ਦੀ ਵਿਚਾਰ ਹੀ ਪਵੇ ਤੇ ਠੀਕ ਹੈ ਜੀ। ਹਾਂਜੀ, ਮਹਾਰਾਜ ਨੇ ਸੰਗਤ ਨੂੰ ਆਖਿਆ, ਭਾਈ ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਹੋਏਗਾ, ਸਭ ਨੇ ਕੀਰਤਨ ਕਰਨਾ, ਸਭ ਨੇ ਕੀਰਤਨ ਸੁਣਨਾ। ਹਾਂਜੀ, ਤ੍ਰੇ ਜੇਤ ਕਿਤ ਜੇਤ ਕੇ ਆਈ, ਕਰ ਮੰਗਲ ਦੇਤ ਵਧਾਈ। ਜਿੱਥੋਂ ਕਿਤੋਂ ਕੋਈ ਵੀ ਇਸਤਰੀ ਆਈ, ਬਾਬਾ ਜੀ ਦੀ, ਵਾਹਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕੁੱਲ ਵਿੱਚੋਂ, ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਵਿੱਚੋਂ, ਰਾਏ ਜੋਧ ਦੀ ਪਤਨੀ, ਸਾਰਿਆਂ ਨੇ ਮਾਤਾ ਜੀ ਨੂੰ ਵਧਾਈਆਂ ਦਿੱਤੀਆਂ। ਮਾਤਾ ਨਾਨਕੀ ਜੀ ਤੁਹਾਨੂੰ ਵਧਾਈਆਂ ਹੋਣ, ਮਾਤਾ ਮਰਵਾਹੀ ਜੀ ਤੁਹਾਨੂੰ ਵਧਾਈਆਂ ਹੋਣ। ਹਾਂਜੀ, ਮਿਲ ਗਾਵਤ ਸੁੰਦਰ ਗੀਤਾ, ਜੇ ਆਨੰਦ ਵਧਾਵਤ ਚੀਤਾ। ਤੇ ਬੜੇ ਸੋਹਣੇ ਸੁਰ ਤਾਲ ਵਿੱਚ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਨ ਲੱਗ ਪਈਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਹੁੰਦਾ ਤੇ ਹੁਣ ਵੀ ਹੈ ਜੀ ਵਿਆਹ ਸਮੇਂ ਜੀ, ਪਰ ਉਹ 15 ਕੁ ਦਿਨ ਪਹਿਲਾਂ ਜਿਹੜਾ ਪਾਠ ਕਰਾਉਂਦੇ ਉਹ ਠੀਕ ਹੈ ਜੀ, ਬਾਅਦ ਚੋਂ 15 ਦਿਨ ਜੋ ਉੱਥੇ ਨੇਰੀ ਆਉਂਦੀ ਉਹ ਸਭ ਪਤਾ ਜੀ ਸਾਨੂੰ ਜੀ। ਹਾਂਜੀ, ਜੋ ਗਾਣੇ ਚੱਲਦੇ ਸਭ ਪਤਾ ਜੀ ਸਾਨੂੰ। 15 ਦਿਨ ਬਾਅਦ ਚੋਂ ਕੀ ਹੁੰਦਾ ਜੀ, ਆਸੇ ਪਾਸੇ ਗੁਰਬਾਣੀ ਦੇ ਕੀਰਤਨ ਦੀਆਂ ਆਵਾਜ਼ਾਂ ਆਉਂਦੀਆਂ। ਹਾਂਜੀ, ਸ਼੍ਰੀ ਤੇਗ ਬਹਾਦਰ ਸੋਹੈ, ਨਰ ਨਾਰ ਰੂਪ ਭਿਖ ਮੋਹੈ। ਉਧਰ ਹੁਣ ਸਾਰੀ ਸੰਗਤ ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਫਿਰ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਮ ਤੌਰ ਤੇ ਵਿਆਹ ਸ਼ਾਦੀ ਵਿੱਚ ਜਿਵੇਂ ਹੁੰਦੀ ਨਾ ਵੀ ਵਿਆਹ ਵਾਲਾ ਲੜਕਾ ਵੇਖਣਾ, ਹਨਾ ਜੀ, ਆਮ ਤੌਰ ਤੇ ਹੁੰਦੀ ਇਹ ਗੱਲ। ਗੁਰੂ ਘਰ ਤੇ ਬਹੁਤ ਵੱਡਾ ਜੀ, ਇੱਥੇ ਸਾਰੇ ਵਿਚਾਰ ਕਰਨ ਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਦਰਸ਼ਨ ਕੀਤੇ ਜਾਣ ਜੀ। ਉਹ ਆਪਣੇ ਆਨੰਦ ਭਜਨ ਬੰਦਗੀ 'ਚ ਮਗਨ ਨੇ ਸੱਚੇ ਪਾਤਸ਼ਾਹ। ਸੰਗਤਾਂ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਵਿੱਚੋਂ, ਗੁਰੂ ਅੰਗਦ ਸਾਹਿਬ ਜੀ ਦੀ ਕੁੱਲ ਵਿੱਚੋਂ, ਮਹਾਰਾਜ ਦੇ ਨਾਨੀ ਜੀ, ਨਾਨਾ ਜੀ ਸਾਰੇ ਹੀ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਦੇ। ਹੁਣ ਸੁਣੋ ਦਰਸ਼ਨ ਕੈਸੇ ਨੇ। ਸ੍ਰੀ ਤੇਗ ਬਹਾਦਰ ਸੋਹੇ, ਨਰ ਨਾਰੀ ਰੂਪ ਭਿਖ ਮੋਹੇ। ਇਹਨਾਂ ਚਿਹਰੇ ਤੇ ਨੂਰ, ਇਹਨਾਂ ਨੂਰ, ਜਿਹੜਾ ਦਰਸ਼ਨ ਕਰਦਾ ਸੀ ਨਿਹਾਲ ਹੀ ਹੋ ਜਾਂਦਾ ਸੀਗਾ ਜੀ। ਹਾਂਜੀ, ਸਮ ਪਿਤ ਕੈ ਧੀਰ ਗਡੀਲੰ, ਮੁਖ ਮੰਡਲ ਚੰਦ ਸੁਸ਼ੀਲੰ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਕੱਦ ਕਾਠ ਬਹੁਤ ਉੱਚਾ ਸੀਗਾ ਨਾ ਜੀ, ਉਵੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਦ ਕਾਠ ਵੀ ਬਹੁਤ ਉੱਚਾ ਸੀਗਾ ਜੀ। ਬਹੁਤ ਉੱਚਾ ਕੱਦ ਕਾਠ, ਖੁੱਲਾ ਸਰੀਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਹਾਂਜੀ, ਭੁਜ ਲਾਂਬੀ ਆਜੋਤ ਛਾਤੀ, ਬਿਸਤ੍ਰਿਤ ਆਂਖ ਕੁਸ਼ ਰਾਤੀ। ਤੇ ਗੱਜ ਕੇ ਆਖੋ ਵਾਹਿਗੁਰੂ। ਕੁਝ ਹੁਣ ਵੀ ਬੰਦਗੀ ਵਾਲੇ ਪੁਰਸ਼ ਐਸੇ ਦੇਖੇ ਗਏ ਜਿਨ੍ਹਾਂ ਦੀਆਂ ਬਾਹਾਂ ਗੋਡਿਆਂ ਗੋਡਿਆਂ ਤੱਕ ਲੰਮੀਆਂ ਹੁੰਦੀਆਂ ਜੀ। ਹਾਂਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਬਾਹਾਂ ਭੁਜਾਵਾਂ ਗੋਡਿਆਂ ਤੱਕ ਲੰਬੀਆਂ ਸਨ ਜੀ। ਹਾਂਜੀ, ਬੜਾ ਸੋਹਣਾ ਰੂਪ ਸੀ, ਬਹੁਤ ਸੋਹਣਾ ਰੂਪ। ਹਾਂਜੀ, ਜੁਗ ਕੰਦ ਤੰਗ ਸੁਹਾਏ, ਗਤ ਮੰਦ ਮੰਦ ਸ਼ਬ ਪਾਏ। ਉਵੇਂ ਦੋ ਉੱਚੇ ਮੋਢੇ, ਬੜਾ ਸੋਹਣਾ ਰੂਪ ਜੀ, ਸੋਹਣਾ ਮਹਾਰਾਜ ਜੀ ਦਾ ਚਿਹਰਾ, ਗੋਰਾ ਰੰਗ। ਸੰਗਤਾਂ ਦਰਸ਼ਨ ਕਰ ਕਰਕੇ ਆਨੰਦ ਲੈ ਰਹੀਆਂ ਜੀ। ਤੇ ਹੁਣ ਉਡੀਕਣ ਦਈਆਂ ਜੀ ਵੀ ਕਦੋਂ ਸ਼ਾਦੀ ਵਾਲਾ ਦਿਨ ਆਏਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਧਰ ਬਾਬਾ ਲਾਲ ਚੰਦ ਜੀ ਤਿਆਰੀਆਂ ਕਰਕੇ ਬੈਠੇ। ਮੇਰੇ ਵੱਡੇ ਭਾਗ, ਮੇਰੀ ਜਿੰਦ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਘਰ ਆਉਣਗੇ ਜੀ। ਹਾਂਜੀ, ਤਨ ਪਹਿਰਤ ਦੁਤੀ ਬਧਾਈ, ਜਨ ਸਿਮਟ ਛਟਾ ਇਕ ਥਾਈ। ਤੇ ਗੁਰਮੁਖੋ ਸਾਧ ਸੰਗਤ ਜੀ, ਸ਼ਾਦੀ ਵਾਲਾ ਦਿਨ ਆਇਆ, ਆਨੰਦ ਕਾਰਜ ਵਾਲਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਧਰ ਦੂਜੇ ਬੰਨੇ ਕੀਰਤਨ ਵੱਖਰਾ ਸ਼ੁਰੂ ਹੋ ਗਿਆ ਜੀ ਬਾਬਾ ਲਾਲ ਚੰਦ ਜੀ ਦੇ ਘਰ ਵਿੱਚ। ਹਾਂਜੀ, ਇਧਰ ਪੀਲੇ ਰੰਗ ਦੇ ਸੋਹਣੇ ਬਸਤਰ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਬਣਵਾਏ ਸੀਗੇ ਜੀ, ਪੀਲੇ ਰੰਗ ਦੇ ਬਸਤਰ ਜੀ। ਵੈਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਿਆ ਹੀ ਕਹਿਣੇ ਸਨ ਜੀ।
ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਜਦੋਂ ਬਾਬਾ ਗੁਰਦਿੱਤਾ ਜੀ ਦੇ ਆਨੰਦ ਕਾਰਜ ਸੀ ਨਾ ਜੀ, ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 4 ਕੁ ਸਾਲਾਂ ਦੇ ਸਨ ਜੀ, 4 ਕੁ ਸਾਲਾਂ ਦੇ। ਤੇ ਉਦੋਂ ਆਪਣੇ ਵੱਡੇ ਭਰਾ ਦੀ ਬਰਾਤ ਵਿੱਚ ਸ਼ਾਮਲ ਸਨ ਜੀ। ਇੱਕ ਗਰੀਬ ਬੱਚਾ, ਉਹਨੇ ਤਨ ਤੇ ਕੱਪੜੇ ਨਹੀਂ ਸੀ ਪਾਏ ਹੋਏ ਜੀ। ਉਹ ਬਰਾਤ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਕੋਈ ਅੱਗੇ ਨਹੀਂ ਸੀ ਆਉਣ ਦਿੰਦਾ ਜੀ। ਮਹਾਰਾਜ ਗਏ, ਬਾਂਹ ਫੜ ਕੇ ਅੱਗੇ ਕੀਤਾ। ਬਚਪਨ ਵਿੱਚ ਉਸ ਬੱਚੇ ਨੂੰ ਪੁੱਛਿਆ ਵੀ ਦੱਸ ਤੂੰ ਕੱਪੜੇ ਕਿਉਂ ਨਹੀਂ ਪਾਏ? ਉਹ ਕਹਿੰਦਾ ਵੀ ਕੱਪੜੇ ਹੈ ਹੀ ਨਹੀਂ ਸਾਡੇ ਕੋਲ। ਤੇ ਗੁਰਮੁਖੋ ਛੋਟੀ ਜਿਹੀ ਅਵਸਥਾ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੀ ਜੀ। ਤੇ ਮਹਾਰਾਜ ਨੇ ਆਪਣੇ ਸਰੀਰ ਦੇ ਕੱਪੜੇ ਲਾ ਕੇ ਉਸ ਬੱਚੇ ਨੂੰ ਪਵਾ ਦਿੱਤੇ ਸੀਗੇ ਜੀ। ਲੈ ਭਾਈ ਤੂੰ ਪਾਲਾ। ਹਾਂਜੀ, ਅੱਜ ਹੁਣ ਉਹਨਾਂ ਦੇ ਆਪਣੀ ਬਰਾਤ ਤਿਆਰ ਹੋ ਰਹੀ ਜੀ, ਆਪਣੀ ਜੀ। ਤੇ ਪੀਲੇ ਰੰਗ ਦੇ ਬਸਤਰ ਮਾਤਾ ਜੀ ਨੇ ਪਵਾਏ, ਸੋਹਣਾ ਰੰਗ ਸੀ। ਲੰਮਾ ਚੋਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਇਆ ਹੈ। ਹਾਂਜੀ, ਮੁਖ ਚੰਦ ਬੀਚ ਮੈਂ ਲੀਨਾ, ਜੋਗ ਨਾਇਨ ਕਮਲ ਰਸ ਲੀਨਾ। ਤੇ ਇਹ ਮੁਖ ਚੰਦ ਵਰਗਾ ਬੜਾ ਹੀ ਸੋਹਣਾ ਰੂਪ ਗੁਰਮੁਖੋ। ਜਿਹੜੇ ਵੈਸੇ ਹਾਂਜੀ ਜਿਹੜੇ ਵੈਸੇ ਬੰਦਗੀ ਵਾਲੇ ਹੋਣ ਉਹਨਾਂ ਦੀ ਤਾਂ ਵੈਸੇ ਹੀ ਸ਼ਾਨ ਨਹੀਂ ਚੱਲੀ ਜਾਂਦੀ ਜੀ। ਹਾਂਜੀ, ਬੰਦਗੀ ਵਾਲਿਆਂ ਦੀ ਬੜਾ ਹੀ ਸੋਹਣਾ ਗੁਰੂ ਸਾਹਿਬ ਜੀ ਦਾ ਰੂਪ ਹੈ। ਹਾਂਜੀ, ਸਭ ਤੇਗ ਬਹਾਦਰ ਸੰਗਾ, ਚਲ ਗਾਵਤ ਆਨੰਦ ਉਮੰਗਾ। ਇਹ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਜਦੋਂ ਤਿਆਰ ਹੋ ਕੇ ਆਏ, ਇੱਕ ਪਾਸੇ ਮਾਤਾ ਨਾਨਕੀ ਜੀ, ਇੱਕ ਪਾਸੇ ਮਾਤਾ ਮਰਵਾਹੀ ਜੀ, ਇੱਕ ਪਾਸੇ ਲੱਗੇ ਮਾਤਾ ਜੀ ਦੇ ਮਾਤਾ ਜੀ ਗੁਰੂ ਸਾਹਿਬ ਜੀ ਦੇ ਨਾਨੀ ਜੀ, ਰਾਏ ਜੋਧ ਦੀ ਪਤਨੀ, ਹੋਰ ਇਸਤਰੀਆਂ ਸਾਰੀਆਂ ਨਾਲ ਚੱਲ ਕੇ ਆਈਆਂ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਬਰਾਤ ਤਿਆਰ ਹੈ ਸੱਚੇ ਪਾਤਸ਼ਾਹ। ਹਾਂਜੀ, ਗਣ ਮਿਲੀ ਬਰਾਤ ਸੁਹਾਈ, ਦੁੱਤ ਬਸਨ ਬਿਭੂਖਣ ਸ਼ਾਈ। ਸਾਰਿਆਂ ਨੇ ਐ ਸੁੰਦਰ ਸੁੰਦਰ ਵਸਤਰ ਪਾਏ, ਸਾਰੀ ਬਰਾਤ ਤਿਆਰ ਹੋ ਗਈ ਜੀ। ਹਾਂਜੀ, ਨਿਜਪੁਰ ਮਹਿ ਕਰਨ ਟਿਕਾਊ, ਨਹਿ ਬਹਿਨ ਲੀਨ ਸਕਾਊ। ਉਸੇ ਨਗਰ ਵਿੱਚ ਹੀ ਬਾਬਾ ਜੀ ਲਾਲ ਚੰਦ ਜੀ ਰਹਿੰਦੇ ਸੀਗੇ, ਇਸ ਕਰਕੇ ਕੋਈ ਸੰਦ ਨਹੀਂ ਸੀ ਲਿਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਕੋਈ ਰੱਥ ਨਹੀਂ ਸੀ ਤਿਆਰ ਕੀਤੇ, ਚੱਲ ਕੇ ਦੂਜੇ ਉੱਥੇ ਪਹੁੰਚ ਜਾਣਾ ਬਾਬਾ ਜੀ ਦੇ ਘਰ, ਬਾਬਾ ਲਾਲ ਚੰਦ ਜੀ ਦੇ ਜੀ। ਪੈਦਲ ਹੀ ਬਰਾਤ ਸਾਰੀ ਤੁਰਨ ਲੱਗ ਪਈ। ਹੁਣ ਵੀ ਨਾ ਜੀ ਕਰਤਾਰਪੁਰ ਸਾਹਿਬ ਵਿੱਚ ਮਾਤਾ ਗੁਜਰੀ ਜੀ ਦੀ ਸ਼ਾਦੀ ਬਣਾਈ ਜਾਂਦੀ, ਆਨੰਦ ਕਾਰਜ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਵੀ ਉਹ ਦਿਨ ਮਨਾਇਆ ਜਾਂਦਾ ਜੀ ਫੱਗਣ ਵਿੱਚ। ਪਿਛਲੇ ਸਾਲ ਅਸੀਂ ਜਾ ਕੇ ਆਏ ਜੀ, ਤੇ ਮਠਿਆਈਆਂ ਦਾ ਅੰਤ ਕੋਈ ਨਹੀਂ ਜੀ, ਤੇ ਬੜੀਆਂ ਹੀ ਖੁਸ਼ੀਆਂ ਹੁਣ ਵੀ ਕਰਤਾਰਪੁਰ ਸਾਹਿਬ ਵਿੱਚ ਮਨਾਈਆਂ ਜਾਂਦੀਆਂ ਜੀ। ਤੇ ਸਾਰੇ ਹੁਣ ਪੈਦਲ ਹੀ ਤੁਰ ਪਏ ਜੀ। ਹਾਂਜੀ, ਗੁਰ ਚੱਲੇ ਰੂਪ ਅਬਰਾਮੋ, ਜਹ ਲਾਲਚ ਚੰਦ ਕੋ ਧਾਮੋ। ਤੇ ਉਧਰ ਸੋਹਣੇ ਸਤਿਗੁਰੂ ਮੇਰੀ ਤੇ ਪੀਰੀ ਸਜਾਈ, ਕਲਗੀ ਸਜਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੀ ਨਾਲ ਹੀ ਤੁਰ ਪਏ ਸੰਗਤ ਦੇ। ਹਾਂਜੀ, ਧਰ ਜੋਧ ਹੱਥ ਪਰ ਹੱਥ, ਰਾਏ ਜੋਧ ਦੇ ਹੱਥ ਵਿੱਚ ਹੱਥ ਮਹਾਰਾਜ ਨੇ ਪਾਇਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਭਾਵ ਰਾਏ ਜੋਧ ਦਾ ਹੱਥ ਫੜਿਆ ਮਹਾਰਾਜ ਨੇ ਤੇ ਮਹਾਰਾਜ ਤੁਰ ਰਹੇ ਨੇ। ਹਾਂਜੀ, ਸਭ ਭੱਲੇ ਤ੍ਰਹਿਣ ਸਾਥਾ, ਭੱਲੇ ਤ੍ਰੇਣ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ, ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਕੁੱਲ, ਸਾਰੇ ਨਾਲ ਨੇ ਸੱਚੇ ਪਾਤਸ਼ਾਹ ਦੇ। ਹਾਂਜੀ, ਸਿੱਖ ਸੰਗਤ ਮਿਲ ਸਮੁਦਾਏ, ਭਾਈ ਸਾਧੂ ਜੀ, ਭਾਈ ਰੂਪਾ ਜੀ, ਭਾਈ ਬਾਲੂ ਅਸਨਾ ਜੀ, ਬਾਬਾ ਵਿਧੀ ਚੰਦ ਜੀ, ਹੋਰ ਸੂਰਮੇ ਮਹਾਰਾਜ ਦੇ ਨਾਲ ਹਨ। ਹਾਂਜੀ, ਬਰ ਵੀਰ ਸੰਗ ਸ਼ਬ ਪਾਏ, ਹਾਂਜੀ, ਧਰ ਸਿਪਰ ਖੜਗ ਨਿਜ ਅੰਗਾ, ਜੇ ਆਹੇ ਬਹਾਦਰ ਜੰਗਾ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਾਧ ਸੰਗਤ ਜੀ ਉਧਰ ਚੱਲਦੇ ਚੱਲਦੇ ਬਾਬਾ ਲਾਲ ਚੰਦ ਜੀ ਦੇ ਘਰ ਵਿੱਚ ਬਰਾਤ ਪਹੁੰਚ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿੱਥੇ ਉਹਨਾਂ ਨੇ ਪ੍ਰਬੰਧ ਕੀਤਾ ਸੀਗਾ ਜੀ, ਤੇ ਦੂਜੇ ਪਾਸੇ ਸ਼ਬਦ ਚੱਲ ਕੇ ਤੁਸੀਂ ਵੀ ਬੋਲੋ, ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਹਮ ਕਰ ਆਏ, ਹਮ ਕਰ ਸਾਜਨ ਆਏ, ਹਮ ਘਰ ਸਾਜਨ ਆਏ, ਹਮ ਘਰ ਸਾਜਨ ਆਏ, ਹਮ ਕਰ ਸਾਜਨ ਆਏ,
ਹਮ ਘਰ ਸਾਜਨ ਆਏ। ਉਧਰ ਉਹ ਕੀਰਤਨ ਹੁੰਦੇ ਆ ਜੀ, ਉਧਰ ਚੱਲਦੇ ਚੱਲਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਰਾਤ ਸਮੇਤ ਭਾਈ ਲਾਲ ਚੰਦ ਜੀ ਦੇ ਘਰ ਵਿੱਚ ਪਹੁੰਚ ਗਏ ਜੀ। ਹਾਂਜੀ। ਤਬ ਲਾਲ ਚੰਦ ਹੋਏ ਆਗੇ, ਕਰ ਮਿਲਣੀ ਪ੍ਰੇਮ ਸੋ ਪਾਗੇ। ਗੁਰਮੁਖੋ ਬਾਬਾ ਲਾਲ ਚੰਦ ਜੀ ਨੇ ਹੁਣ ਮਿਲਣੀ ਕਰਨੀ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ। ਹੈ ਤੇ ਭਗਾਂ ਵਾਲੀ ਰੂਹ ਹੈ ਜੀ। ਸਮਾਂ ਬਹੁਤ ਹੋ ਗਿਆ, ਮੈਨੂੰ ਵਿਆਹ ਦੇ ਚਾਅ ਵਿੱਚ ਸਮਾਂ ਭੁੱਲ ਗਿਆ ਜੀ। ਬਸ 2 ਮਿੰਟਾਂ 'ਚ ਸਮਾਪਤੀ ਕਰ ਦੇਣੀ ਹੈ ਸੰਗਤ ਜੀ। ਬਾਬਾ ਜੀ ਨੇ ਹੁਣ ਮਿਲਣੀ ਕਰਨੀ ਹੈ ਤੇ ਸਿੱਖੀ ਤੇ ਗੁਰਮੁਖੋ ਸਿੱਖ ਆਪ ਇੰਨੀ ਹਿੰਮਤ ਨਹੀਂ ਕਰ ਸਕਦਾ ਵੀ ਉਹ ਗੁਰੂ ਸਾਹਿਬ ਜੀ ਦੇ ਗਲੇ ਨਾਲ ਲੱਗ ਜੇ ਜਾ ਕੇ ਜੀ। ਹਾਂਜੀ, ਸਿੱਖ ਨੇ ਤੇ ਚਰਨਾਂ 'ਚ ਹੀ ਰੱਖਣਾ ਜੀ। ਬਾਬਾ ਲਾਲ ਚੰਦ ਜੀ ਵਸਤੂਆਂ ਫੜ ਕੇ ਖਲੋਤੇ ਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਉਣਗੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖਣਾ ਜੀ। ਹਾਂਜੀ। ਕਰ ਅਗਰ ਬਿਲੰਦਿਆ ਕੋਰੰ, ਤਹ ਖਰੋ ਹੋਏ ਕਰ ਜੋਰੰ। ਐ ਹੱਥ ਜੋੜ ਕੇ ਅੱਗੇ ਖਲੋਤੇ ਸ਼ਬਦ ਪੜ ਰਹੇ ਜੀ। ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਕਰ ਸਾਜਨ ਆਏ, ਹਮ ਕਰ ਸਾਜਨ ਆਏ। ਹੱਥ ਜੋੜ ਕੇ ਖਲੋਤੇ ਹਨ। ਹਾਂਜੀ। ਪਗ ਪੰਕਜ ਕੋ ਲਪਟਾਇਓ। ਤੇ ਗੁਰਮੁਖੋ ਮਹਾਰਾਜ ਨੇ ਇਸ ਤਰ੍ਹਾਂ ਕੀਤਾ। ਆਓ ਬਾਬਾ ਲਾਲ ਚੰਦ ਜੀ ਮਿਲਣੀ ਕਰੀਏ। ਤੇ ਬਾਬਾ ਲਾਲ ਚੰਦ ਜੀ ਮਿਲਣੀ ਨਹੀਂ ਕੀਤੀ, ਗਲੇ ਨਾਲ ਨਹੀਂ ਲੱਗੇ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸਨ ਉੱਥੇ ਸਿਰ ਰੱਖ ਦਿੱਤਾ ਜੀ ਜਾ ਕੇ ਜੀ। ਮਹਾਰਾਜ ਸੱਚੇ ਪਾਤਸ਼ਾਹ ਮੈਂ ਗਰੀਬ ਸਿੱਖ ਮਹਾਰਾਜ ਐਡੀ ਹਿੰਮਤ ਨਹੀਂ ਰੱਖ ਕਰ ਸਕਦਾ। ਮਹਾਰਾਜ ਮੇਰਾ ਸਿਰ ਤੇ ਤੁਹਾਡੇ ਚਰਨਾਂ ਵਿੱਚ ਹੀ ਹੈ ਸਦਾ ਜੀ। ਤੁਸੀਂ ਵੀ ਟੇਕੋ ਮੱਥਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ। ਗੁਰ ਗਹਿ ਕਰ ਹਾਥ ਉਠਾਇਓ। ਹਾਂਜੀ। ਮਿਲ ਅੰਕ ਗਇਓ ਨਿਜ ਧਾਮਾ, ਕਰ ਤਿਆਰ ਭਲੇ ਸਭ ਸ਼ਾਮਾ। ਗੁਰਮੁਖੋ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਨਹੀਂ ਬਾਬਾ ਲਾਲ ਚੰਦ ਜੀ, ਅੱਜ ਆਪਾਂ ਗੁਰੂ ਬਣ ਕੇ ਨਹੀਂ ਆਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਰ ਗੁਰੂ ਸਾਹਿਬ ਤੇ ਸਦਾ ਹੀ ਗੁਰੂ ਸਾਹਿਬ ਨੇ ਜੀ। ਹਾਂਜੀ। ਪਰ ਮਹਾਰਾਜ ਮਾਣ ਰੱਖ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਜ ਤੁਸੀਂ ਵੱਡੇ 'ਚ ਕਹਿਣ ਲੱਗੇ। ਅਸੀਂ ਤੇ ਤੁਹਾਡੇ ਘਰ ਆਏ ਆ, ਤੁਹਾਡੀ ਧੀ ਮੰਗਣ ਵਾਸਤੇ ਆਏ ਆ ਕਹਿਣ ਲੱਗੇ। ਅਸੀਂ ਛੋਟੇ ਆ ਕਹਿਣ ਲੱਗੇ, ਤੁਸੀਂ ਸਾਡੀ ਛਾਤੀ ਨਾਲ ਲੱਗੋ। ਇਹ ਕਹਿ ਕੇ ਥੱਲੇ ਸਿਰ ਰੱਖਿਆ ਸੀ ਬਾਬਾ ਲਾਲ ਚੰਦ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਆ ਮੋਢਿਆਂ ਤੋਂ ਫੜਿਆ ਤੇ ਛਾਤੀ ਨਾਲ ਲਾਇਆ ਜੀ। ਹੁਣ ਇਹਦੇ ਤੋਂ ਅੱਗੇ ਫਿਰ ਜਿਹੜਾ ਪ੍ਰਸੰਗ ਹੈ, ਹਾਂਜੀ ਬਰਾਤ ਐ ਘਰ ਪਹੁੰਚ ਗਈ ਜੀ, ਮਿਲਣੀ ਹੋ ਚੁੱਕੀ ਹੈ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੰਗਤ ਜੀ ਇਹ ਸ਼ਾਦੀ ਆਮ ਨਹੀਂ ਹੈ, ਇਹ ਆਨੰਦ ਕਾਰਜ ਆਮ ਨਹੀਂ ਹੈ। ਹਾਂਜੀ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਪਿਤਾ ਦਾ ਆਨੰਦ ਕਾਰਜ ਹੈ ਜੀ। ਹਾਂਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਧੰਨ ਮਾਤਾ ਗੁਜਰੀ ਜੀ ਦਾ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਕੈਸੇ ਸਮੇਂ ਵੇਖੇ ਮਾਤਾ ਗੁਜਰੀ ਜੀ ਨੇ ਆਪਣੀ ਜ਼ਿੰਦਗੀ ਵਿੱਚ ਜੀ, ਕੈਸੇ ਸਮੇਂ ਵੇਖੇ ਜੀ। ਤੇ ਹੁਣ ਤੁਸੀਂ ਵੇਖੋ ਜਿਸ ਤਰੀਕੇ ਨਾਲ ਮਾਤਾ ਜੀ ਐ ਬਜ਼ੁਰਗੀ ਵਿੱਚ ਜਾ ਕੇ ਸਰੀਰ ਤਿਆਗਦੇ, ਉਹ ਵੀ ਸਮਾਂ ਵੇਖੋ ਜੀ। ਹਾਂਜੀ, ਇਹ ਵੇਖ ਕੇ ਕਹਿਣਾ ਹੀ ਪੈਂਦਾ ਵੀ ਧੰਨ ਮਾਤਾ ਗੁਜਰੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅਗਲਾ ਪ੍ਰਸੰਗ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਫਿਰ ਇੱਕ ਵਾਰ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਹਮ ਕਰ ਸਾਚੇ ਮੇਲ ਮਿਲਾਏ, ਸਾਚੇ ਮੇਲ ਮਿਲਾਏ, ਹਮ ਕਰ ਹੁਣ ਇਹਦੇ ਤੋਂ ਅੱਗੇ ਪ੍ਰਸੰਗ ਫਿਰ ਕੱਲ ਨੂੰ ਸਰਵਣ ਕਰਾਂਗੇ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜੋ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।